ਹੋਲਾ ਮੁਹੱਲਾ बहुत ही उत्साह ते प्रेम दे नाल हर वार की तरह मनाया जाना है। तो इस होले मुहल्ले दे विच हुण गल किसानी संघर्ष की भी होएगी। एक रंग होर जुड़िया है, वो है किसानी रंग। ਅਸੀਂ ਇਹ ਸਾਰੀ ਗੱਲ ਹੈ ਜਿਹੜੀ ਲੋਕਾਂ ਦੇ ਸਾਹਮਣੇ ਪੰਥ ਦੇ ਸਾਹਮਣੇ ਰੱਖਾਂਗੇ, ਪੰਥ ਦੀ ਕਚਹਿਰੀ 'ਚ ਰੱਖਾਂਗੇ, ਇੱਥੇ ਪ੍ਰਦਰਸ਼ਨੀਆਂ ਵੀ ਲਾਵਾਂਗੇ, ਉਹੋ ਜਿਹੇ ਚਿੱਤਰ ਵੀ ਪੇਸ਼ ਕਰਾਂਗੇ ਕਿ ਕਿਵੇਂ ਪੰਜਾਬ ਦੀ ਕਿਸਾਨੀ ਨੂੰ ਜਿਹੜੀ ਕੇਂਦਰ ਸਰਕਾਰ ਹੈ ਉਹ ਬਰਬਾਦ ਕਰਨ ਲੱਗੀ ਹੋਈ ਹੈ। ਇਹ ਪੂਰੇ ਮੁਲਕ ਦੀ ਕਿਸਾਨੀ ਦੀ ਅਸੀਂ ਗੱਲ ਕਰ ਰਹੇ ਹਾਂ ਸਿੱਖ ਹੈ ਨਾ। ਅਨੰਦਪੁਰ ਸਾਹਿਬ ਤੋਂ ਹੀ ਪ੍ਰੇਰਣਾ ਮਿਲ ਰਹੀ ਹੈ ਕਿ ਅਸੀਂ ਮਜ਼ਲੂਮ ਦੀ ਰਾਖੀ ਕਰਨੀ ਹੈ, ਜ਼ਾਲਮ ਦੇ ਨਾਲ ਲੜਨਾ ਵਾ। ਤੁਸੀਂ ਇੱਕ ਗੱਲ ਦੇਖੋ, ਜਿਹੜਾ ਬੰਗਲਾ ਸਾਹਿਬ ਦਾ ਮੋਰਚਾ ਸੀਗਾ, ਤੁਹਾਨੂੰ ਪਤਾ ਹੋਵੇਗਾ ਕਿ ਅੰਗਰੇਜ਼ਾਂ ਨੇ ਬੰਗਲਾ ਸਾਹਿਬ ਗੁਰਦੁਆਰੇ ਦੀ ਕੰਧ ਢਾਤੀ ਸੀ। ਉਹ ਮੋਰਚਾ 13 ਸਾਲ ਚੱਲਿਆ ਸੀ। 13 ਸਾਲ ਹੋਣ ਦੇ ਬਾਵਜੂਦ ਸਿੱਖ ਨੇ ਉਹ ਪਿੱਛੇ ਨਹੀਂ ਹਟੇ। ਉਹਨਾਂ ਨੇ 13 ਸਾਲ ਬਾਅਦ ਵੀ ਉਹਨੂੰ ਹੱਲ ਕੀਤਾ। ਅੰਗਰੇਜ਼ ਸਰਕਾਰ ਹੱਥ ਖੜੇ ਕਰਕੇ ਚਾਬੀਆਂ ਸਿੱਖਾਂ ਨੂੰ ਫੜਾ ਗਈ ਸੀ। 2014 ਤੋਂ ਲੈ ਕੇ 2021 ਤੱਕ ਇੰਨੇ ਕੁ ਕਾਨੂੰਨ ਬਣਾ ਦਿੱਤੇ ਨੇ ਲੋਕਾਂ ਦੇ ਕਿ ਲੋਕਾਂ ਨੂੰ ਸਾਹ ਲੈਣਾ ਵੀ ਔਖਾ ਹੋ ਗਿਆ। ਉਹਨਾਂ ਦਾ ਜਿਹੜਾ ਇੱਕੋ ਇੱਕ ਪੁੱਤ ਜਿਹੜਾ ਵੈਲ ਸੈਟਲਡ ਹੈ, ਸਾਰਾ ਕੁਝ ਰੱਬ ਨੇ ਦਿੱਤਾ ਹੋਇਆ, ਉਹ ਚੜ੍ਹਾਈ ਕਰ ਗਿਆ ਤੇ ਉਹ ਕਹਿੰਦਾ ਵੀ ਨਹੀਂ, ਵੀ ਤੇਰਾ ਭਾਣਾ ਮਿੱਠਾ ਲੱਗ ਗਿਆ। ਤੇ ਨਨਕਾਣਾ ਸਾਹਿਬ ਦੇ ਸਾਕੇ ਨੂੰ ਫਤਿਹ ਕਰਨ ਵਾਲਾ ਜਾਂ ਉੱਥੇ ਸ਼ਹੀਦ ਕਰਨ ਵਾਲਾ ਭਾਈ ਲਛਮਣ ਸਿੰਘ ਧਾਰੂਵਾਲੀਆ ਸਿੰਘ ਹੋਇਆ, ਜਿਨ੍ਹਾਂ ਨੇ ਉਹ ਮੋਰਚਾ ਲਾਇਆ ਸੀ, ਜਿਨ੍ਹਾਂ ਸਦਕਾ ਸਾਰੇ ਗੁਰਦੁਆਰੇ ਸਿੱਖਾਂ ਦੇ ਆਜ਼ਾਦ ਹੋਏ ਸੀ। ਉਸੇ ਅੰਸ਼ ਚੋਂ, ਉਸੇ ਵੰਸ਼ ਚੋਂ ਭਾਈ ਨਵਰੀਤ ਸਿੰਘ ਤੇ ਅਸੀਂ ਮੋਦੀ ਨੂੰ ਇਹ ਕਰਕੇ ਬਾਹਰਲੇ ਜਿਹੜੇ ਯੂਰਪ ਦੇ ਸਾਰੇ ਜਿਹੜੀ ਪੱਛਮੀ ਮੁਲਕਾਂ ਵਾਲੇ ਆ, ਅਸੀਂ ਸ਼ਾਬਾਸ਼ ਦਿੱਲੀ ਚਾਹੁੰਦੇ ਵੀ ਪੁੱਤਰਾ ਹੁਣ ਤੈਨੂੰ ਪਤਾ ਲੱਗੂ ਤੂੰ ਪੰਗਾ ਕਿਹਦੇ ਨਾਲ ਲਿਆ। खुल के बोलते हैं ना जी, उन्होंने अज भी इन्होंने एयरपोर्ट तो नौजवान चक लिया जी। मतलब कि जेडे केंद्र सरकार खिलाफ बोलते उन्होंने तो चुकी जा रहे हैं। तो मैं पूछ रहा भी तुसीं वापस जाना कि जे एयरपोर्ट तो चक लिया तो ਸਾਡੇ ਅੱਜ ਤੱਕ ਵੀ ਸਾਡੇ ਜਿਹੜੇ ਤੁਸੀਂ ਸਾਡੇ ਬੱਤਲ ਵਿਭਾਗ ਵੇਖੋਗੇ ਨਾ ਤੇ ਤੁਹਾਨੂੰ ਪਤਾ ਲੱਗ ਜੂਗਾ ਵੀ ਵਾਕਿਆ ਤਸ਼ੱਦਦ ਬਿਜਲੀ ਦੇ ਕਰੰਟਾਂ ਤੱਕ ਸਾਨੂੰ ਪੁੱਠੇ ਲਮਕਾ ਕੇ ਕਈ ਘੰਟੇ ਪੁੱਠੇ ਲਮਕਾਉਂਦੇ ਰਹੇ ਆ। ਚੱਡੇ ਪਾੜੇ ਆ, ਸਾਡੇ ਲੱਤਾਂ ਖਿੱਚੀਆਂ ਨੇ ਸਾਡੀਆਂ। ਉਹਦੇ ਵਿੱਚ ਇਹੋ ਜਿਹੀ ਸੋਧਾਂ ਪਾਸ ਕੀਤੀ ਗਈਆਂ ਕਿ ਅੱਗੇ ਜਿਹੜੀ ਗਰੀਬਾਂ ਨੂੰ, ਦਲਿਤਾਂ ਨੂੰ ਜ਼ਮੀਨਾਂ ਮਿਲ ਜਾਂਦੀ ਸੀਗੀਆਂ ਸ਼ਾਮਲੜ ਜ਼ਮੀਨ 'ਚੋਂ, ਉਹ ਕੱਟ ਕੇ ਉਹਦੇ ਵਿੱਚ ਇਹ ਲਿਖ ਦਿੱਤਾ ਗਿਆ ਕਿ ਇਹ ਜ਼ਮੀਨਾਂ ਅਸੀਂ ਕਾਰਪੋਰੇਟ ਅਦਾਰਿਆਂ ਨੂੰ ਦੇਵਾਂਗੇ। ਉਹਨਾਂ ਦੀ ਮਰਜ਼ੀ ਹੈ, ਉਹ ਦੇਣ ਨਾ ਦੇਣ, ਉਹ ਆ ਕੇ ਵਪਾਰ ਕਰਨਗੇ। ਤੇ ਫਿਰ ਆਪਾਂ ਕਾਂਗਰਸ ਨੂੰ ਕਿੱਦਾਂ ਸਮਝ ਲਾਂਗੇ ਕਿ ਇਹ ਮੋਦੀਆਂ ਨਾਲੋਂ ਘੱਟ ਹੈ। ਅਸੀਂ ਇਸ ਵੇਲੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਖੜੇ ਹਾਂ। ਸ੍ਰੀ ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਮਿਤੀ 27, 28 ਅਤੇ 29 ਮਾਰਚ ਨੂੰ ਮਨਾਇਆ ਜਾ ਰਿਹਾ ਹੈ। ਅਜਿਹੇ ਦੇ ਵਿੱਚ ਜੇਕਰ ਗੱਲ ਕਰੀਏ ਇਸ ਹੋਲੇ ਮਹੱਲੇ ਦੀ ਅਤੇ ਨਾਲ ਦੀ ਨਾਲ ਗੱਲ ਕਰੀਏ ਕਿਸਾਨੀ ਅੰਦੋਲਨ ਦੀ, ਤਾਂ ਇਸ ਵਾਰ ਕੁਝ ਨਵਾਂ ਵੇਖਣ ਨੂੰ ਮਿਲ ਸਕਦਾ ਹੈ। ਜਿੱਥੇ ਇਹ ਹੋਲਾ ਮੁਹੱਲਾ ਬਹੁਤ ਹੀ ਉਤਸ਼ਾਹ ਤੇ ਪ੍ਰੇਮ ਦੇ ਨਾਲ ਹਰ ਵਾਰ ਦੀ ਤਰ੍ਹਾਂ ਮਨਾਇਆ ਜਾਣਾ ਹੈ। ਤਾਂ ਇਸ ਹੋਲੇ ਮੁਹੱਲੇ ਦੇ ਵਿੱਚ ਹੁਣ ਗੱਲ ਕਿਸਾਨੀ ਸੰਘਰਸ਼ ਦੀ ਵੀ ਹੋਏਗੀ। ਇੱਕ ਰੰਗ ਹੋਰ ਜੁੜਿਆ ਹੈ, ਉਹ ਹੈ ਕਿਸਾਨੀ ਰੰਗ। ਤੇ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿੱਥੇ ਫੌਜਾਂ ਨੂੰ ਤਿਆਰ ਬਰ ਤਿਆਰ ਰਹਿਣ ਦੇ ਲਈ ਕਿਹਾ, ਤਾਂ ਉੱਥੇ ਜੋ ਜ਼ਾਲਮ ਜਿਹੜੇ ਜ਼ੁਲਮ ਕਰਦੇ ਨੇ, ਤਾਂ ਉਹਨਾਂ ਦੇ ਖਿਲਾਫ ਵੀ ਡਟਣ ਦੀ ਗੱਲ ਕਹੀ ਹੈ। ਸੋ ਇਸ ਵਾਰ ਦਾ ਹੋਲਾ ਮੁਹੱਲਾ ਜਿਹੜਾ ਮਨਾਇਆ ਜਾ ਰਿਹਾ ਹੈ, ਉਸ ਦੇ ਲਈ ਟੀਮਾਂ ਤਿਆਰ ਹੋ ਕੇ ਜਾਂ ਤਿਆਰੀਆਂ ਕਰ ਰਹੀਆਂ ਨੇ। ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਉਣ ਕਰਕੇ ਉਹਨਾਂ ਦੇ ਵੱਲੋਂ ਪ੍ਰੋਗਰਾਮ ਉਲੀਕੇ ਜਾ ਰਹੇ ਨੇ ਕਿ ਕਿਵੇਂ ਇਸ ਹੋਲੇ ਮੁਹੱਲੇ ਦੇ ਵਿੱਚ ਕਿਸਾਨਾਂ ਬਾਰੇ ਜਾਗਰਤੀ ਪੈਦਾ ਕੀਤੀ ਜਾਵੇ ਤੇ ਜੋ ਸਰਕਾਰਾਂ ਕਰ ਰਹੀਆਂ ਨੇ ਉਸ ਦੇ ਬਾਰੇ ਲੋਕਾਂ ਨੂੰ ਹਲੂਣਿਆ ਜਾਵੇ। ਸੋ ਅੱਜ ਅਕਾਲ ਯੂਥ ਦੀ ਫੌਜ ਜਿਹੜੀ ਹੈਗੀ ਹੈ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚਦੀ ਹੈ, ਜਿਸ ਦੇ ਵਿੱਚ ਭਾਈ ਜਸਵਿੰਦਰ ਸਿੰਘ ਜੀ ਰਾਜਪੁਰਾ, ਭਾਈ ਭੁਪਿੰਦਰ ਸਿੰਘ ਜੀ ਭਲਵਾਨ ਤੇ ਭਾਈ ਜਗਜੀਤ ਸਿੰਘ ਜੀ ਸਿੱਧੂਪੁਰ ਤੇ ਹੋਰ ਬਹੁਤ ਸਾਰੇ ਜਿਹੜੇ ਸਿੰਘ ਹੈਗੇ ਨੇ ਉਹ ਆਏ ਨੇ। ਆਪਾਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਥੇ ਆਉਣ ਦਾ ਖਾਸ ਮਕਸਦ ਕੀ ਹੈ ਜੀ?
ਦੇਖੋ ਜੀ, ਸਾਡਾ ਖਾਸ ਮਕਸਦ ਇਹ ਹੈ ਕਿ ਅਸੀਂ ਆਉਣ ਵਾਲੇ ਦਿਨਾਂ 'ਚ ਜਦੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਇੱਥੇ ਹੋਲਾ ਮਹੱਲਾ ਮਨਾਇਆ ਜਾਣਾ ਸਿੱਖ ਸੰਗਤਾਂ ਵੱਲੋਂ, ਉਦੋਂ ਸਾਰੇ ਮੁਲਕ ਦੀਆਂ, ਵਿਦੇਸ਼ ਦੀਆਂ, ਦੇਸ਼ ਦੀਆਂ ਸੰਗਤਾਂ ਇੱਥੇ ਪਹੁੰਚਦੀਆਂ ਨੇ। ਇੱਥੇ ਆ ਕੇ ਅਸੀਂ ਜਿੱਥੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਮਤਲਬ ਨਤਮਸਤਕ ਹੋਣਾ ਵਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋਣਾ ਵਾ, ਉਹਨਾਂ ਦੀ ਰਹਿਨੁਮਾਈ ਹੇਠ ਇੱਥੇ ਹੋਲਾ ਮਹੱਲਾ ਮਨਾਉਣਾ ਵਾ। ਉੱਥੇ ਉਹਨਾਂ ਦਾ ਜਿਹੜਾ ਸੰਦੇਸ਼ ਹੈ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ, ਉਹ ਸੰਗਤਾਂ ਨੂੰ ਦੇਣਾ ਵਾ। ਤੇ ਨਾਲ ਦੀ ਨਾਲ ਜਿਹੜੇ ਉਹ ਉਪਦੇਸ਼ ਨੇ ਉਹਨਾਂ 'ਚੋਂ ਹੀ ਨਿਕਲਦਾ ਕਿ ਜਦੋਂ ਕਿਸੇ ਕੋਈ ਮਜਲੂਮ ਦੀ ਗੱਲ ਹੋਵੇ, ਕੋਈ ਧੱਕੇ ਦੀ ਗੱਲ ਹੋਵੇ, ਉੱਥੇ ਤੁਸੀਂ ਆਵਾਜ਼ ਬੁਲੰਦ ਕਰਨੀ ਹੈ। ਸੋ ਉਹੀ ਆਵਾਜ਼ ਅਸੀਂ ਇੱਥੇ ਬੁਲੰਦ ਕਰਾਂਗੇ ਕਿ ਜਿਹੜੀ ਦਿੱਲੀ ਸਰਕਾਰ ਹੈ ਉਹ ਮੁਲਕ ਦੇ ਕਿਸਾਨਾਂ ਦੇ ਨਾਲ ਕੀ ਕਰ ਰਹੀ ਹੈ, ਮੁਲਕ ਦੇ ਕਿਸਾਨਾਂ ਨੂੰ ਕਿਹੜੇ ਤਰੀਕੇ ਦੇ ਨਾਲ ਕੁਚਲਿਆ ਜਾ ਰਿਹਾ। 1947 ਤੋਂ ਲੈ ਕੇ 1965 ਤੱਕ, 1965 ਤੋਂ ਕਿਵੇਂ ਹਰਤ ਕ੍ਰਾਂਤੀ ਨਾਂ ਦਾ ਜਿਹੜਾ ਕਾਨੂੰਨ ਲੈ ਕੇ ਆਂਦਾ, ਉਹਨਾਂ ਨੇ ਇੱਕ ਲਹਿਰ ਚਲਾਈ ਹੈ ਪੂਰੇ ਮੁਲਕ 'ਚ। ਉਹ ਹਰਤ ਕ੍ਰਾਂਤੀ ਨੇ 2000 ਤੱਕ, 1965 ਤੋਂ ਲੈ ਕੇ 2000 ਤੱਕ ਕਿਵੇਂ ਨੁਕਸਾਨ ਕੀਤਾ, ਤੇ ਉਹੀ ਹਰਤ ਕ੍ਰਾਂਤੀ ਨੇ ਅੱਜ ਪੰਜਾਬ ਦਾ ਪਾਣੀ ਦਾ ਲੈਵਲ, ਕਿਸਾਨੀ ਦਾ ਲੈਵਲ, ਫਸਲਾਂ ਦਾ ਲੈਵਲ ਕਿੱਥੇ ਲੈ ਕੇ ਆਂਦਾ। ਇਹ ਸਾਰੀ ਜਿਹੜੀ ਗੱਲ ਦੀ ਅਸੀਂ ਇਹ ਸਾਰੀ ਗੱਲ ਹੈ ਜਿਹੜੀ ਲੋਕਾਂ ਦੇ ਸਾਹਮਣੇ, ਪੰਥ ਦੇ ਸਾਹਮਣੇ ਰੱਖਾਂਗੇ, ਪੰਥ ਦੀ ਕਚਹਿਰੀ 'ਚ ਰੱਖਾਂਗੇ, ਇੱਥੇ ਪ੍ਰਦਰਸ਼ਨੀਆਂ ਵੀ ਲਾਵਾਂਗੇ, ਉਹੋ ਜਿਹੇ ਚਿੱਤਰ ਵੀ ਪੇਸ਼ ਕਰਾਂਗੇ ਕਿ ਕਿਵੇਂ ਪੰਜਾਬ ਦੀ ਕਿਸਾਨੀ ਨੂੰ ਜਿਹੜੀ ਕੇਂਦਰ ਸਰਕਾਰ ਹੈ ਉਹ ਬਰਬਾਦ ਕਰਨ ਲੱਗੀ ਹੋਈ ਹੈ। ਤੇ ਅੱਜ ਜਦੋਂ ਤੁਸੀਂ ਇੱਥੇ ਆਉਂਦੇ ਹੋ, ਮੈਨੇਜਰ ਸਾਹਿਬ ਦੇ ਨਾਲ ਤੁਹਾਡੀ ਗੱਲਬਾਤ ਹੁੰਦੀ ਹੈ ਕਿ ਕੋਈ ਜਗ੍ਹਾ ਵਗੈਰਾ ਥਾਂ ਸਿਲੈਕਟ ਕਰਨ ਆਉਂਦੇ ਹੋ ਜੀ ਤੁਸੀਂ? ਹਾਂਜੀ, ਦੇਖੋ ਇੱਥੇ ਫਾਰਮੈਲਿਟੀ ਇਹਨਾਂ ਦੀ ਹੁੰਦੀ ਹੈ ਕਿ ਜਦੋਂ ਕਿਤੇ ਤੁਸੀਂ ਮੈਂਬਰਸ਼ਿਪ ਕੈਂਪ ਲਾਉਣਾ ਜਾਂ ਕੋਈ ਉੱਥੇ ਪ੍ਰਚਾਰ ਕਰਨਾ ਜਾਂ ਦਸਤਾਰ ਕੈਂਪ ਲਾਉਣਾ ਜਾਂ ਕੋਈ ਕਿਸਾਨੀ ਦੇ ਹੱਕ ਦੀ ਗੱਲ ਕਰਨੀ ਹੈ, ਉਸ ਥਾਂ ਦੀ ਪਰਮਿਸ਼ਨ ਲੈਣੀ ਪੈਂਦੀ ਹੈ। ਸੋ ਉਸ ਬਾਬਤ ਅਸੀਂ ਇੱਥੇ ਆਏ ਸੀ ਜੀ। ਤੇ ਰਾਜਪੁਰਾ ਸਾਹਿਬ, ਤੁਸੀਂ ਕਿਵੇਂ ਵੇਖਦੇ ਹੋ 100 ਦਿਨ ਤੋਂ ਉੱਤੇ ਜਿਹੜੇ ਹੈਗੇ ਆ ਕਿਸਾਨ ਦਿੱਲੀ ਦੇ ਵਿੱਚ ਬੈਠੇ ਨੇ, ਬਰੂਹਾਂ ਤੇ ਉੱਥੇ ਬੈਠੇ ਨੇ, ਤੁਸੀਂ ਵੀ ਉੱਥੇ ਜਾ ਕਰਕੇ ਆਏ ਹੋ, ਪਰ ਹੁਣ ਤੱਕ ਕੇਂਦਰ ਸਰਕਾਰਾਂ ਦਾ ਅਜਿਹਾ ਰਵੱਈਆ ਰਹਿਣਾ। ਹਾਲਾਂਕਿ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਵੀ ਹੋ ਜਾਂਦੀਆਂ ਨੇ, ਉਸ ਦੇ ਵਿੱਚ ਕੁਝ ਕਿਸਾਨੀ ਆਗੂਆਂ ਨੂੰ ਵੀ ਜ਼ਿੰਮੇਵਾਰ ਦੱਸਿਆ ਜਾਂਦਾ ਹੈ ਵੀ ਇਹਨਾਂ ਦੇ ਜਿਹੜੇ ਬਿਆਨਬਾਜ਼ੀਆਂ ਸੀਗੀਆਂ ਜਲਦਬਾਜ਼ੀ ਦੇ ਵਿੱਚ ਦਿੱਤੀਆਂ ਗਈਆਂ, ਕਿਤੇ ਨਾ ਕਿਤੇ ਨੁਕਸਾਨ ਕਰ ਗਈਆਂ। ਅੱਜ 2 ਨੌਜਵਾਨ ਹੋਰ ਫੜ ਲਏ ਜਾਂਦੇ ਨੇ। ਇਹਨਾਂ ਚੀਜ਼ਾਂ ਨੂੰ ਕਿਵੇਂ ਵੇਖਦੇ ਹੋ? ਦੇਖੋ ਜੀ, 100 ਦਿਨ ਹੋ ਜਾਣੇ, ਮਤਲਬ ਪਹਿਲੀ ਗੱਲ ਤੇ ਮੈਂ ਇਹ ਸਮਝਦਾ ਜਿਹੜਾ ਇੱਕ ਪੱਖ ਹੈ ਕਿ ਬਹੁਤ ਵੱਡੀ ਸਾਡੀ ਪ੍ਰਾਪਤੀ ਹੈ ਕਿ ਅਸੀਂ 100 ਦਿਨ ਤੋਂ ਲਗਾਤਾਰ ਆਪਣੇ ਘਰ-ਬਾਰ ਛੱਡ ਕੇ ਦਿੱਲੀ ਨੂੰ ਚੈਲੰਜ ਕਰਕੇ ਦਿੱਲੀ ਦੇ ਬਾਹਰ ਬੈਠੇ ਹਾਂ। ਸਭ ਤੋਂ ਵੱਡੀ ਗੱਲ ਇਹ ਹੈ ਸਾਡੇ ਲਈ। ਦੂਜੀ ਗੱਲ ਕੀਤੀ ਹੈ ਕਿ ਸਾਡਾ ਨੁਕਸਾਨ ਹੋ ਰਿਹਾ, ਸਾਡੇ ਨੌਜਵਾਨ ਦੇਖੋ, ਜਦੋਂ ਵੀ ਕੇਂਦਰ ਸਰਕਾਰ ਦੇ ਨਾਲ ਤੁਸੀਂ ਮੱਥਾ ਲਾਉਣਾ ਹੁੰਦਾ, ਕੋਈ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਹੁੰਦੀ ਹੈ, ਸਰਬੱਤ ਦੇ ਭਲੇ ਦੀ ਗੱਲ ਕਰਨੀ ਹੁੰਦੀ ਹੈ, ਕਿਉਂਕਿ ਜਿਹੜੀ ਕਿਸਾਨੀ ਦੀ ਗੱਲ ਹੈ ਇਕੱਲੇ ਪੰਜਾਬ ਦੀ ਨਹੀਂ ਹੋ ਰਹੀ, ਇਹ ਪੂਰੇ ਮੁਲਕ ਦੀ ਕਿਸਾਨੀ ਦੀ ਅਸੀਂ ਗੱਲ ਕਰ ਰਹੇ ਹਾਂ। ਸਿੱਖ ਹੈ ਨਾ, ਅਨੰਦਪੁਰ ਸਾਹਿਬ ਤੋਂ ਹੀ ਪ੍ਰੇਰਣਾ ਮਿਲ ਰਹੀ ਹੈ ਕਿ ਅਸੀਂ ਮਜਲੂਮ ਦੀ ਰਾਖੀ ਕਰਨੀ ਹੈ, ਜ਼ਾਲਮ ਦੇ ਨਾਲ ਲੜਨਾ ਵਾ। ਉਸ ਗੱਲ ਦੇ ਉੱਤੇ ਸਿੱਖ ਨੇ ਜਿਹੜੇ ਦਿੱਲੀ ਦੇ ਬਾਹਰ ਖੜ ਕੇ ਪਹਿਰਾ ਦੇ ਰਹੇ ਨੇ ਤੇ ਦਿੱਲੀ ਨੂੰ ਵੰਗਾਰ ਰਹੇ ਨੇ, ਭਾਵੇਂ ਉਹਦੇ ਵਿੱਚ 100 ਦਿਨ ਹੋ ਗਏ ਨੇ। ਤੁਸੀਂ ਇੱਕ ਗੱਲ ਦੇਖੋ, ਜਿਹੜਾ ਬੰਗਲਾ ਸਾਹਿਬ ਦਾ ਮੋਰਚਾ ਸੀਗਾ, ਤੁਹਾਨੂੰ ਪਤਾ ਹੋਵੇਗਾ ਕਿ ਅੰਗਰੇਜ਼ਾਂ ਨੇ ਬੰਗਲਾ ਸਾਹਿਬ ਗੁਰਦੁਆਰੇ ਦੀ ਕੰਧ ਢਾਤੀ ਸੀ। ਉਹ ਮੋਰਚਾ 13 ਸਾਲ ਚੱਲਿਆ ਸੀ। 13 ਸਾਲ ਹੋਣ ਦੇ ਬਾਵਜੂਦ ਸਿੱਖ ਨੇ ਉਹ ਪਿੱਛੇ ਨਹੀਂ ਹਟੇ। ਉਹਨਾਂ ਨੇ 13 ਸਾਲ ਬਾਅਦ ਵੀ ਉਹਨੂੰ ਹੱਲ ਕੀਤਾ। ਅੰਗਰੇਜ਼ ਸਰਕਾਰ ਹੱਥ ਖੜੇ ਕਰਕੇ ਚਾਬੀਆਂ ਸਿੱਖਾਂ ਨੂੰ ਫੜਾ ਗਈ ਸੀ। ਸੋ ਮੈਂ ਕਹਿੰਦਾ ਇਹ ਮੋਰਚਾ ਵੀ ਭਾਵੇਂ ਉਹ ਲੰਮਾ ਚੱਲੇ, ਇੱਕ ਨਾ ਇੱਕ ਦਿਨ ਕੇਂਦਰ ਸਰਕਾਰ ਨੂੰ, ਦਿੱਲੀ ਸਰਕਾਰ ਨੂੰ ਜਿਹੜੀ ਚਾਬੀਆਂ ਨੇ ਇਸ ਕਾਨੂੰਨ ਦੀਆਂ ਉਹ ਫੜਾਉਣੀਆਂ ਹੀ ਪੈਣੀਆਂ, ਜਿਨ੍ਹਾਂ ਨੂੰ ਅਸੀਂ ਰੱਦ ਕਰਾਂਗੇ। ਜਿਹੜਾ ਤੁਸੀਂ ਇੱਥੇ ਪ੍ਰਚਾਰ ਕਰਨ ਲੱਗੇ ਹੋ ਕਿ ਇਸ ਪ੍ਰਚਾਰ ਦੇ ਵਿੱਚ ਕਿਸੇ ਪਾਰਟੀਆਂ ਦਾ ਵੀ ਫਿਰ ਪ੍ਰਚਾਰ ਕਰੋਗੇ, ਸਮਰਥਨ ਕਰੋਗੇ? ਜਿਵੇਂ ਤੁਸੀਂ ਦੱਸਦੇ ਹੋ ਵੀ ਸਰਕਾਰਾਂ ਦਾ ਅਸੀਂ ਵਿਰੋਧ ਕਰਨਾ, ਫਿਰ ਕਿਸੇ ਪਾਰਟੀ ਦਾ 2022 ਦੇ ਵਿੱਚ ਲਾਹਾ ਤਾਂ ਨਹੀਂ ਕਰਨ ਜਾ ਰਹੇ ਹੋ? ਦੇਖੋ ਜੀ, ਅਸੀਂ ਸਮੁੱਚੀਆਂ ਹੀ ਪਾਰਟੀਆਂ ਨੂੰ ਮਤਲਬ ਪੰਜਾਬ ਵਿਰੋਧੀ ਜਾਂ ਪੰਜਾਬ ਦੇ ਹੱਕ ਦੇ ਵਿੱਚ ਨਹੀਂ ਸਮਝਦੇ। ਉਹਦਾ ਕਾਰਨ ਹੈ ਕਿ ਇਹ 1947 ਤੋਂ ਲੈ ਕੇ ਅੱਜ ਤੱਕ ਇਹਨਾਂ ਦੇ ਵਰਕੇ ਫਰੋਲ ਲਈ, ਇਤਿਹਾਸ ਫਰੋਲ ਲਈ ਇਹਨਾਂ ਨੇ ਸਾਨੂੰ ਪੰਜਾਬ ਨੂੰ ਕੀ ਲੈ ਕੇ ਦਿੱਤਾ। ਹਾਂ, ਕਾਂਗਰਸ ਹੈ, ਉਹਨੇ ਨੁਕਸਾਨ ਕੀਤਾ। ਇਹ ਗੱਲ ਹੈ ਵੀ ਬੀਜੇਪੀ ਉਹ ਤੋਂ 10 ਗੁਣਾ ਵੱਧ ਸਾਡਾ ਨੁਕਸਾਨ ਕਰ ਰਹੀ ਹੈ। ਠੀਕ ਹੈ, ਅਸੀਂ ਪੂਰੇ ਮੁਲਕ ਦੇ ਵਿੱਚ ਜਿੱਥੇ ਵੀ ਇਲੈਕਸ਼ਨ ਹੋ ਰਹੇ ਨੇ ਉੱਥੇ ਵੀ ਜਾਣ ਦੀ ਕੋਸ਼ਿਸ਼ ਕਰਾਂਗੇ। ਉਹਦੀ ਸਾਡੀ ਪਲੈਨਿੰਗ ਚੱਲ ਰਹੀ ਹੈ ਤਾਂ ਕਿ ਉੱਥੇ ਜਾ ਕੇ ਹਰ ਜ਼ਿਲ੍ਹੇ ਦੇ ਵਿੱਚ, ਹਰ ਸਟੇਟ ਦੇ ਵਿੱਚ ਬੀਜੇਪੀ ਵਿਰੋਧੀ ਇੱਕ ਲਹਿਰ ਖੜੀ ਕਰੀਏ, ਜਿਹੜੀ ਪੂਰੇ ਮੁਲਕ ਨੂੰ ਖਤਮ ਕਰਨ ਲੱਗੀ ਹੋਈ ਹੈ, ਪੂਰੇ ਮੁਲਕ ਦੀ ਕਿਸਾਨੀ ਨੂੰ ਖਤਮ ਕਰਨ ਲੱਗੀ ਹੋਈ ਹੈ, ਮਨੁੱਖਤਾ ਨੂੰ ਖਤਮ ਕਰਨ ਲੱਗੀ ਹੋਈ ਹੈ। ਤੁਹਾਨੂੰ ਪਤਾ ਹੋਵੇਗਾ, ਤੁਸੀਂ ਇੱਕ ਜਰਨਲਿਸਟ ਹੋ, ਕਿ 2014 ਤੋਂ ਲੈ ਕੇ 2021 ਤੱਕ ਇੰਨੇ ਕੁ ਕਾਨੂੰਨ ਬਣਾਤੇ ਨੇ ਲੋਕਾਂ ਦੇ ਕਿ ਲੋਕਾਂ ਨੂੰ ਸਾਹ ਲੈਣਾ ਵੀ ਔਖਾ ਹੋ ਗਿਆ। ਜੇ ਇਹੋ ਜਿਹੇ ਕਾਨੂੰਨਾਂ ਨੂੰ ਸਿੱਖ ਨਹੀਂ ਵਿਰੋਧ ਕਰਨਗੇ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਪ੍ਰੇਰਣਾ ਲੈ ਕੇ, ਤੇ ਕੌਣ ਵਿਰੋਧ ਕਰੂਗਾ? ਤੁਸੀਂ ਦੇਖ ਸਕਦੇ ਹੋ ਕਿ ਅੱਜ ਵੀ ਇਸ ਮੋਰਚੇ ਕਾਰਨ ਸਿਰਫ ਤੇ ਸਿਰਫ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। NIA ਕਿਹਦੇ ਕੋਲ ਆਉਂਦੀ ਹੈ? ਦੱਸੋ, ਕਿਸੇ ਗੈਰ ਸਿੱਖ ਕੋਲ ਗਈ ਹੈ NIA? ਨਹੀਂ ਗਈ। ਜੇ ਗਈ ਹੈ ਤਾਂ ਨੋਟਿਸ ਦਿਖਾਓ ਮੈਨੂੰ।
ਉਸ ਤੋਂ ਬਾਅਦ ਗੱਲ ਕਰ ਲਈਏ ਵਿਦੇਸ਼ਾਂ 'ਚ ਰਹਿੰਦੇ ਬਲੈਕ ਲਿਸਟ ਜਿਹੜੀ ਬਣ ਰਹੀ ਲਿਸਟਾਂ ਉਹ ਸਿੱਖਾਂ ਦੀ ਬਣ ਰਹੀ ਹੈ। ਇੱਕ ਵੀ ਗੈਰ ਸਿੱਖ ਦੀ ਬਣਾਓ ਦੱਸੋ ਕਿ ਬਣੀ ਹੈ? ਸਾਡੇ ਤੋਂ ਤਾਂ ਸਾਡਾ ਜਿਹੜਾ ਨਨਕਾਣਾ ਸਾਹਿਬ ਦਾ ਸਾਕਾ ਮਨਾਉਣਾ ਸੀ 100 ਸਾਲ ਬਾਅਦ ਆਇਆ ਜਿਹੜਾ, ਉਹ ਵੀ ਹੱਕ ਖੋਹ ਲਿਆ ਉੱਥੇ ਦਰਸ਼ਨ ਕਰਨ ਦਾ, ਕਿਉਂਕਿ ਵੀਜ਼ੇ ਲੱਗੇ ਸੀਗੇ, ਸਾਰੀ ਤਿਆਰੀਆਂ ਮੁਕੰਮਲ ਹੋ ਗਈਆਂ ਸੀਗੀਆਂ, ਸ਼੍ਰੋਮਣੀ ਕਮੇਟੀ ਵੱਲੋਂ ਵੀ ਸਹਿਯੋਗ ਦਿੱਤਾ ਗਿਆ, ਹਰ ਤਰ੍ਹਾਂ ਦੀ ਕਾਰਵਾਈ ਹੈ ਕਾਨੂੰਨੀ ਪੂਰੀ ਹੋ ਗਈ ਸੀ। ਇਹਨਾਂ ਨੇ ਜਾਣ ਬੁੱਝ ਕੇ ਨਨਕਾਣਾ ਸਾਹਿਬ ਦਾ ਜਿਹੜਾ ਸਾਕਾ ਸੀ ਮਨਾਉਣਾ ਸੀ ਪਾਕਿਸਤਾਨ ਜਾ ਕੇ, ਉੱਤੇ ਪਾਬੰਦੀ ਲਾਈ ਹੈ। ਕਿਉਂ? ਕਿਉਂਕਿ ਤੁਸੀਂ ਕਿਸਾਨੀ ਦੀ ਗੱਲ ਕਰ ਰਹੇ ਹੋ। ਉਹ ਕਹਿੰਦੇ ਕਿ ਜਦੋਂ ਸਾਰੀ ਸਟੇਟਾਂ ਚੁੱਪ ਕਰਕੇ ਬਹਿ ਗਈਆਂ, ਕਾਨੂੰਨ ਮੰਨ ਲਏ ਨੇ ਉਹਨਾਂ ਨੇ, ਤੁਹਾਨੂੰ ਕੀ ਸੀ ਪੰਗਾ ਲੈਣ ਦੀ? ਇਹ ਸਿੱਖਾਂ ਨੂੰ ਹਰ ਵਾਰ ਜਦੋਂ ਸਰਬੱਤ ਦੇ ਭਲੇ ਦੀ ਤੁਸੀਂ ਗੱਲ ਲੈ ਕੇ ਤੁਰੋਗੇ, ਉਹਨਾਂ ਨੇ ਤੁਹਾਨੂੰ ਨਿਸ਼ਾਨਾ ਬਣਾਉਣਾ ਹੀ ਬਣਾਉਣਾ। ਦਰਬਾਰ ਸਾਹਿਬ ਦੇ ਉੱਤੇ ਹਮਲਾ ਕਿਉਂ ਕੀਤਾ ਸੀ ਅਬਦਾਲੀ ਨੇ? ਕਿਉਂਕਿ ਤੁਸੀਂ ਉਹਨਾਂ ਗਰੀਬਾਂ ਦੀ, ਦੂਜੇ ਧਰਮ ਵਾਲਿਆਂ ਦੀ, ਹਿੰਦੂਆਂ ਦੀ ਬਹੂ ਬੇਟੀਆਂ ਛਡਾ ਕੇ ਦਿੱਤੀਆਂ ਸੀ। ਕਿਹੜਾ ਮਾੜਾ ਕੰਮ ਕੀਤਾ? ਹੁਣ ਵੀ ਤੁਸੀਂ ਜਿਹੜੀ ਕਿਸਾਨੀ ਦੀ ਗੱਲ ਕਰ ਰਹੇ ਹੋ, ਇਹ ਤੇ ਮੈਂ ਕਹਿੰਦਾ ਬਾਕੀ ਸਟੇਟਾਂ ਵਾਲਿਆਂ ਨੂੰ ਥੋੜਾ ਜਿਹਾ ਸੋਚਣਾ ਚਾਹੀਦਾ, ਕਿਉਂਕਿ ਪੰਜਾਬ ਦੇ ਹਾਲਾਤ ਕਈ ਸਟੇਟਾਂ ਨਾਲੋਂ ਬੜੇ ਚੰਗੇ ਨੇ ਖੇਤੀ ਦੇ ਆਧਾਰਿਤ। ਬਿਹਾਰ ਵਾਲਿਆਂ ਦਾ ਦੇਖ ਲਓ, ਉੱਥੇ ਤੇ 500 ਰੁਪਏ ਪਿੱਛੇ ਅਗਲੇ ਫਸਲ ਵੇਚ ਦਿੰਦੇ ਨੇ। ਸੋ ਉਹਨਾਂ ਨੂੰ ਪੰਜਾਬ ਦੇ ਹੱਕ ਦੇ ਵਿੱਚ ਜਿਹੜੇ ਸਿੱਖਾਂ ਦੀ ਗ੍ਰਿਫਤਾਰੀਆਂ ਹੋ ਰਹੀਆਂ ਨੇ, ਨੌਜਵਾਨ ਜਿਹੜੇ ਤੁਹਾਡੇ ਹੱਕ ਦੀ ਲੜਾਈ ਲੜ ਰਹੇ ਨੇ, ਉਹਨਾਂ ਦੇ ਹੱਕ ਦੇ ਵਿੱਚ ਮੈਦਾਨ ਦੇ ਵਿੱਚ ਨਿੱਤਰਨਾ ਚਾਹੀਦਾ ਕਿ ਅਸੀਂ ਉਹਨਾਂ ਸਿੱਖਾਂ ਦੀ ਮਦਦ ਕਰਾਂਗੇ। ਨਵਰੀਤ ਸਿੰਘ ਸ਼ਹੀਦ ਹੋਇਆ ਗਾਜੀਪੁਰ ਬਾਰਡਰ ਤੇ, ਸਿੱਖਾਂ ਠੀਕ ਹੈ, ਸਿੱਖ ਉਹਦਾ ਸਤਿਕਾਰ ਕਰ ਰਹੇ ਨੇ, ਉਹਨੂੰ ਮਤਲਬ ਮਾਣ ਸਤਿਕਾਰ ਦੇ ਰਹੇ ਨੇ, ਪਰ ਉਹਦੀ ਜਿਹੜੀ ਸ਼ਹਾਦਤ ਹੈ ਉਹ ਪੰਜਾਬ ਲਈ ਨਹੀਂ, ਸਿਰਫ ਇਕੱਲੇ ਸਿੱਖਾਂ ਲਈ ਨਹੀਂ, ਪੂਰੀ ਮਨੁੱਖਤਾ ਦੇ ਲਈ ਹੈ। ਕਿਉਂਕਿ ਉਹ ਬੰਦਾ ਜਿਹਦੀ ਜ਼ਮੀਨ ਹੈ, ਕਈ ਸਟੇਟਾਂ ਦਾ, 4 ਸਟੇਟਾਂ ਦੇ ਵਿੱਚ ਉਹਦੀ ਜ਼ਮੀਨ ਹੈ, ਬਾਹਰ ਫੋਰਨ ਦੇ ਵਿੱਚ ਪੱਕੇ ਤੌਰ ਤੇ ਉਹ ਸੈੱਟ ਸੀਗਾ, ਵਧੀਆ, ਕੱਲਾ ਮਾਪਿਆਂ ਦਾ ਮੁੰਡਾ ਸੀ, ਉਹਨੂੰ ਕੀ ਲੋੜ ਸੀ ਕਿਸਾਨੀ ਦੀ ਗੱਲ ਕਰਨ ਦੀ? ਉਹ ਆ ਕੇ ਦਿੱਲੀ ਦੇ ਬਾਰਡਰ ਦੇ ਉੱਤੇ ਮਨੁੱਖਤਾ ਦੇ ਭਲੇ ਲਈ, ਜਿਹੜੀ ਅਨੰਦਪੁਰ ਸਾਹਿਬ ਤੋਂ ਸਾਨੂੰ ਗੱਲ ਮਿਲਦੀ ਹੈ ਕਿ ਅਸੀਂ ਜਿਹੜਾ ਮਜ਼ਲੂਮ ਹੈ ਉਹਦੀ ਬਾਹ ਫੜਨੀ ਹੈ, ਜ਼ਾਲਮ ਨੂੰ ਵੰਗਾਰਨਾ ਵਾ, ਉਸ ਗੱਲ ਦੇ ਉੱਤੇ ਪਹਿਰਾ ਦਿੰਦੇ ਆ ਉਹਨਾਂ ਨੇ ਉੱਥੇ ਸ਼ਹਾਦਤ ਪ੍ਰਾਪਤ ਦਿੱਤੀ ਹੈ। ਪਰ ਤੁਸੀਂ ਉਹਨਾਂ ਦੇ ਦਾਦਾ ਜੀ ਨੂੰ ਕਿਵੇਂ ਵੇਖਦੇ ਹੋ? ਇੱਕ ਸ਼ਹਾਦਤ ਘਰ ਦੇ ਨੌਜਵਾਨ ਦਾ ਚਲੇ ਜਾਣਾ, ਇਕਲੌਤਾ ਪੋਤਾ, ਤੇ ਉਸ ਤੋਂ ਬਾਅਦ ਬਾਈ ਜੀ ਸਾਡੀਆਂ ਤਾਂ ਲੱਤਾਂ ਕੰਬਦੀਆਂ ਸੁਣ ਕੇ ਵੀ, ਰੂਹ ਝੰਜੋੜ ਹੋ ਜਾਂਦੀ ਹੈ। ਮਤਲਬ ਕਿ ਇਸ ਕਦਰ ਅੱਜ ਵੀ ਕਿਸਾਨਾਂ ਦੇ ਨਾਲ ਡਟ ਕੇ ਉਹਨਾਂ ਨੌਜਵਾਨਾਂ ਦੇ ਵਿੱਚ ਹਿੰਮਤ ਭਰ ਰਹੇ ਨੇ, ਤੇ ਉਸ ਰੂਹ ਦੇ ਲਈ ਮੈਂ ਕਹਿੰਦਾ ਜ਼ਰੂਰ ਬੋਲੋ। ਦੇਖੋ ਜੀ, ਮੈਂ ਉਹਨਾਂ ਨੂੰ ਚੰਡੀਗੜ੍ਹ ਮਿਲਿਆ ਪਿਛਲੇ ਦਿਨੀ, ਸਿੱਖ ਸੰਗਤਾਂ ਨੇ ਉਪਰਾਲਾ ਕੀਤਾ, ਉਹਨਾਂ ਨੂੰ ਦੇਖੋ ਅਸੀਂ ਸਨਮਾਨ ਕਰਨ ਦੇ ਕਾਬਿਲ ਨਹੀਂ, ਪਰ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਦਾ ਸਨਮਾਨ ਕੀਤਾ ਜਾਵੇ। ਹਰਦੀਪ ਸਿੰਘ ਡਿਬਡੇਬਾ ਉਹਨਾਂ ਦੇ ਜਿਹੜੇ ਦਾਦਾ ਜੀ ਨੇ, ਉਹਨਾਂ ਦਾ ਨਾਮ, ਮੈਂ ਉਦੋਂ ਜੇਲ੍ਹ 'ਚ ਸੀਗਾ ਜਦੋਂ ਪਹਿਲੀ ਵਾਰੀ ਉਹਨਾਂ ਦੀ ਕਿਤਾਬ ਪੜ੍ਹੀ ਸੀਗੀ 2014 ਦੇ ਵਿੱਚ, ਤੇ ਉਹ ਕਿਤਾਬ ਬਹੁਤ ਵਧੀਆ ਉਹਨਾਂ ਨੇ ਪੰਥਕ ਆਧਾਰ ਤੇ ਲਿਖੀ ਸੀ। ਉਹਨਾਂ ਦੇ ਜਿਹੜੀ ਸਟੇਟਮੈਂਟ ਨੇ, ਬਿਆਨ ਨੇ, ਅਕਸਰ ਹੀ ਆਉਂਦੇ ਰਹਿੰਦੇ ਸੀ ਰਾਜਸਥਾਨ ਤੋਂ, ਕਿਉਂਕਿ ਉਹ ਬਿਲੋਂਗ ਉੱਥੋਂ ਕਰਦੇ ਨੇ। ਉੱਥੇ ਸ਼੍ਰੋਮਣੀ ਕਮੇਟੀ ਦੀ, ਰਾਜਸਥਾਨ ਗੁਰਦੁਆਰਾ ਕਮੇਟੀ ਦੀ ਜਿਹੜੀ ਐਕਟੀਵਿਟੀ ਹੈ, ਉਹਨਾਂ ਦੇ ਵਿੱਚ ਉਹ ਕਾਫੀ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ। ਪੰਜਾਬ ਦੇ ਵਿੱਚ ਵੀ ਜਦੋਂ ਸਰਸੇ ਵਾਲੇ ਨਾਲ ਸੰਬੰਧਿਤ ਮੂਵਮੈਂਟ ਚੱਲੀ ਹੈ, ਉਦੋਂ ਵੀ ਉਹ ਇਨਵੋਲਵ ਰਹੇ ਨੇ, ਤੇ ਰਾਜੋਆਣੇ ਜੀ ਰਿਹਾਈ ਦੀ ਜਦੋਂ ਗੱਲ ਹੋਈ ਹੈ ਉਦੋਂ ਵੀ ਆਏ ਨੇ। ਉਸ ਤੋਂ ਬਾਅਦ ਸਰਬੱਤ ਖਾਲਸਾ ਹੋਇਆ, ਉਦੋਂ ਵੀ ਇਨਵੋਲਵਮੈਂਟ ਰਹੀ ਹੈ। ਜਿਹੜੇ ਉਹਨਾਂ ਦੇ ਦਾਦਾ ਜੀ ਨੇ, ਉਹ ਬੜੇ ਇੱਕ ਪਰਪੱਕ ਬੰਦੇ ਨੇ, ਕੋਈ ਮਤਲਬ ਐਵੇਂ ਗੱਲ ਨਹੀਂ ਹੈਗੀ ਕਿਸੇ ਬੰਦੇ ਦੇ ਪੁੱਤ ਇੱਕੋ ਇੱਕ ਪੁੱਤ ਹੋਵੇ। ਜੇ ਮੈਂ ਕਹਿੰਦਾ ਕਿਸੇ ਦੇ 3 ਪੁੱਤ ਹੋਣ, ਉਹਨਾਂ 'ਚੋਂ ਵੀ ਚੜ੍ਹਾਈ ਕਰ ਜਾਵੇ ਨਾ ਇੱਕ, ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਕਿ ਬੰਦਾ ਅੱਧਾ ਨਹੀਂ ਰਹਿੰਦਾ ਹੈਗਾ, ਉਹਨਾਂ ਦਾ ਜਿਹੜਾ ਇੱਕੋ ਇੱਕ ਪੁੱਤ ਜਿਹੜਾ ਵੈਲ ਸੈਟਡ ਹੈ, ਸਾਰਾ ਕੁਝ ਰੱਬ ਨੇ ਦਿੱਤਾ ਹੋਇਆ, ਉਹ ਚੜ੍ਹਾਈ ਕਰ ਗਿਆ, ਤੇ ਉਹ ਕਹਿੰਦਾ ਵੀ ਨਹੀਂ, ਵੀ ਤੇਰਾ ਭਾਣਾ ਮਿੱਠਾ ਲੱਗੇ। ਉਹ ਕਹਿੰਦੇ ਕਿ ਮੈਂ ਉਦੋਂ ਕਲਗੀਧਰ ਪਾਤਸ਼ਾਹ ਜੀ ਨੂੰ ਯਾਦ ਕੀਤਾ। ਫਿਰ ਇੱਕ ਹੋਰ ਅਨੋਖੀ ਗੱਲ ਹੈ, ਦੇਖੋ ਭਾਰਤ ਸਰਕਾਰ ਨੇ ਸਾਕਾ ਨਨਕਾਣਾ ਸਾਹਿਬ ਨੂੰ ਜਾਣ ਤੋਂ ਮਨਾ ਕੀਤਾ, ਪਰ ਉਹਦਾ ਜਿਹੜਾ ਡਾਇਰੈਕਟ ਲਿੰਕ ਹੈ ਉਹ ਕਿਸਾਨੀ ਮੋਰਚੇ ਨਾਲ ਜੁੜਦਾ ਵਾ। ਹੁਣ ਤੁਸੀਂ ਸੋਚੋ, ਜਿਹੜਾ ਸਵਾਲ ਹੈ ਵੀ ਕਿਵੇਂ, ਉਹ ਇੱਦਾਂ, ਇੱਕ ਤੇ ਇਹਨਾਂ ਨੇ ਉਹ 'ਤੇ ਪਾਬੰਦੀ ਲਾਈ ਹੈ ਨਨਕਾਣਾ ਸਾਹਿਬ ਦੇ ਸਾਕੇ 'ਚ, ਤੇ ਨਨਕਾਣਾ ਸਾਹਿਬ ਦੇ ਸਾਕੇ ਨੂੰ ਫਤਿਹ ਕਰਨ ਵਾਲਾ ਜਾਂ ਉੱਥੇ ਸ਼ਹੀਦ ਕਰਨ ਵਾਲਾ ਭਾਈ ਲਛਮਣ ਸਿੰਘ ਧਾਰੂਵਾਲੀਆ ਸਿੰਘ ਹੋਇਆ, ਜਿਨ੍ਹਾਂ ਨੇ ਉਹ ਮੋਰਚਾ ਲਾਇਆ ਸੀ, ਜਿਨ੍ਹਾਂ ਸਦਕਾ ਸਾਰੇ ਗੁਰਦੁਆਰੇ ਸਿੱਖਾਂ ਦੇ ਆਜ਼ਾਦ ਹੋਏ ਸੀ। ਉਸੇ ਅੰਸ਼ 'ਚੋਂ, ਉਸੇ ਵੰਸ਼ 'ਚੋਂ ਭਾਈ ਨਵਰੀਤ ਸਿੰਘ ਹੈ, ਕਿਉਂਕਿ ਜਿਹੜੇ ਇਹਨਾਂ ਦੇ ਦਾਦਾ ਜੀ ਨੇ, ਦਾਦਾ ਦੀ ਜੇ ਅੱਗੇ ਜਿਹੜੇ ਪਿਤਾ ਜੀ ਨੇ, ਉਹ ਉਹਨਾਂ ਦੇ ਅੱਗੇ ਫੁੱਫੜ ਜੀ ਸੀਗੇ ਲਛਮਣ ਸਿੰਘ ਧਾਰੂਵਾਲੀਆ, ਤੇ ਉਹਨਾਂ ਦੀ ਜਿਹੜੀ ਵੰਸ਼ 'ਚੋਂ ਅੱਗੇ ਨਵਰੀਤ ਸਿੰਘ ਨੇ। ਤੇ ਉਹ ਬੜੇ ਖੁਸ਼ੀ ਦੇ ਨਾਲ ਮੈਨੂੰ ਚੰਡੀਗੜ੍ਹ ਦੱਸ ਰਹੇ ਸੀ ਕਿ ਮੈਨੂੰ ਬੜੀ ਖੁਸ਼ੀ ਹੈ ਕਿ ਸਾਡੀ ਦੂਜੀ ਪੀੜ੍ਹੀ ਨੂੰ ਸ਼ਹਾਦਤ ਮਿਲੀ ਹੈ। ਤੇ ਮੈਂ ਉਹਨਾਂ ਦੇ ਜਿਹੜਾ ਫੇਸ ਹੈ ਉਹਦੇ ਵੱਲ ਦੇਖਦਾ ਰਹਿ ਗਿਆ ਕਿ ਮਤਲਬ ਇਹੋ ਜਿਹਾ ਸਿੱਖਾਂ ਦੇ ਵਿੱਚ ਜਜ਼ਬਾ। ਉਹ ਕਹਿੰਦੇ ਕਿ ਸਿੱਖ ਮੁੱਕ ਗਏ ਨੇ ਜਾਂ ਸਿੱਖ ਹੈ ਨਹੀਂ, ਜਾਂ ਉਹ ਗੱਲ ਨਹੀਂ। ਮੈਂ ਕਹਿੰਦਾ ਬਹੁਤ ਗੱਲਾਂ ਨੇ, ਅੱਜ ਵੀ ਇਹ ਰਹਿੰਦੀ ਦੁਨੀਆ ਤੱਕ ਸਿੱਖਾਂ 'ਚ ਰਹਿਣੀ ਹੈ, ਸਾਡੇ ਖੂਨ 'ਚ ਹੈ, ਕੋਈ ਨਹੀਂ ਕੱਢ ਸਕਦਾ ਇਹਨੂੰ। ਇਹ ਗੱਲਾਂ ਜਜ਼ਬੇ ਵਾਲੀਆਂ ਨੇ, ਇੱਕ ਹੌਸਲਾ ਭਰਦੀਆਂ ਨੇ, ਪਰ ਇਹ ਗੱਲਾਂ ਕਰਦੇ ਸਾਡੀਆਂ ਅੱਖਾਂ ਨਮ ਹੋ ਜਾਂਦੀਆਂ ਨੇ। ਪਰ ਮੈਂ ਕਹਿੰਦਾ ਧੰਨ ਨੇ
ਹਰਦੀਪ ਸਿੰਘ ਡਿਬੜਵਾ ਜੀ, ਜਿਹੜੇ ਇਹ ਕਹਿ ਰਹੇ ਨੇ ਵੀ ਪਰਮਾਤਮਾ ਤੇਰਾ ਸ਼ੁਕਰ ਹੈ, 5ਵੀਂ ਪੀੜ੍ਹੀ ਦੇ ਵਿੱਚ ਦੂਜੀ ਵਾਰ ਸਾਡੇ ਹਿੱਸੇ ਸ਼ਹਾਦਤ ਆਈ ਹੈ। ਤੇ ਇਹ ਉਹ ਕੌਮ ਹੈ ਜਿਹਦੇ ਜਦੋਂ ਕੋਈ ਸ਼ਹੀਦੀ ਪ੍ਰਾਪਤ ਕਰ ਜਾਂਦਾ ਹੈ ਫਿਰ ਉਹਨੂੰ ਮਾਣ ਹੁੰਦਾ ਹੈ। ਤੇ ਐਵੇਂ ਨਹੀਂ ਸਿੱਖ ਕੌਮ ਦੇ ਜਿਹੜੇ ਕਸੀਦੇ ਪੜ੍ਹੇ ਜਾਂਦੇ, ਗੁਣ ਗਾਏ ਜਾਂਦੇ ਨੇ। ਸੋ ਸਿੱਖ ਕੌਮ ਉਹ ਕੌਮ ਹੈ ਜਿਹੜੀ ਸ਼ਹਾਦਤਾਂ 'ਤੇ ਮਾਣ ਕਰਦੀ ਹੈ। ਤੇ ਜੇਕਰ ਸਰਕਾਰਾਂ ਚਾਹੁੰਦੀਆਂ ਨੇ ਜਾਂ ਸਰਕਾਰਾਂ ਇਹ ਹੀ ਕਰ ਰਹੀਆਂ ਨੇ ਵੀ ਸ਼ਾਇਦ ਇਹਨਾਂ ਲੋਕਾਂ ਦਾ ਮਨੋਬਲ ਡਿੱਗ ਜਾਏਗਾ, ਤੇ ਮੈਂ ਕਹਿੰਦਾ ਫਿਰ ਜਿਨ੍ਹਾਂ ਦੇ ਘਰ ਸ਼ਹਾਦਤ ਹੋਈ ਹੈ ਫਿਰ ਉਹਨਾਂ ਦੇ ਦਾਦਾ ਜੀ ਨੂੰ ਸਰਕਾਰਾਂ ਨੂੰ ਜ਼ਰੂਰ ਵੇਖਣਾ ਚਾਹੀਦਾ ਹੈ। ਭਲਵਾਨ ਸਾਹਿਬ, ਤੁਸੀਂ ਜਰਮਨ ਤੋਂ ਆਉਂਦੇ ਹੋ, ਜਰਮਨ ਦੇ ਵਿੱਚ ਕਿਵੇਂ ਦੀਆਂ ਗੱਲਾਂ ਨੇ ਕਿਸਾਨੀ ਅੰਦੋਲਨ ਦੀਆਂ, ਤੇ ਜ਼ਰੂਰ ਸਾਨੂੰ ਦੱਸੋ ਜੀ। ਵੇਖੋ ਜੀ, ਜਰਮਨ ਦੇ ਵਿੱਚ ਪੂਰੇ ਜਿਹੜੇ ਯੂਰਪ ਦੇ ਵਿੱਚ ਜਿਹੜੀ ਗੱਲ ਚੱਲ ਰਹੀ ਹੈ, ਜੋ ਮੋਦੀ ਨੇ ਕੀਤਾ ਆ, ਉਹ ਇਸ ਚੀਜ਼ ਦਾ ਵੇਖ ਰਿਹਾ ਕਿ ਜੋ ਮੋਦੀ ਕਰ ਰਿਹਾ ਨਾ, ਇਹ ਸਾਡੇ ਬਹੁਤ ਹੱਕ 'ਚ ਕਰ ਰਿਹਾ। ਹੱਕ 'ਚ ਕਿਵੇਂ ਜੀ? ਹੱਕ 'ਚ ਇਸ ਤਰ੍ਹਾਂ ਕਰ ਰਿਹਾ ਵੀ ਜਿਹੜੀ ਸਾਡੀ ਕੌਮ ਜੀ ਸੁੱਤੀ ਸੀ ਨਾ, ਉਹ ਮੈਂ ਕਹਿੰਦਾ ਜਿੰਨਾ ਲੰਮਾ ਸੰਘਰਸ਼ ਚੱਲੂਗਾ ਨਾ, ਅਸੀਂ 1 ਲੱਖ ਤੋਂ ਵੱਧ ਸ਼ਹੀਦੀਆਂ ਦਿੱਤੀਆਂ। ਲੋਕ ਸੌਂ ਗਏ, ਲੋਕਾਂ ਨੂੰ ਪਤਾ ਲੱਗਾ ਮੋਦੀ ਨੇ 370 ਤੋੜ ਕੇ ਤੇ ਸਿੱਖਾਂ ਦੇ ਨਾਲ ਮੁੜ ਕੇ ਇਸ ਚੀਜ਼ ਨੂੰ ਇਹਨੇ ਸਾਡੇ ਜਜ਼ਬਾਤ ਜਿਹੜੇ ਐਸੇ ਜਗਾਏ ਆ ਨਾ, ਮੋਦੀ ਨੂੰ ਪਤਾ ਲੱਗ ਜੂਗਾ ਵੀ ਇਹ ਮੈਂ ਪੰਗਾ ਕਿੰਨਾ ਨਾ ਲਿਆ। ਇਹ ਕਿਸਾਨੀ ਸੰਘਰਸ਼ ਦੇ ਵਿੱਚੋਂ ਸਾਡਾ ਕੁਝ ਨਿਕਲੂ। ਤੇ ਅਸੀਂ ਮੋਦੀ ਨੂੰ ਇਹ ਕਰਕੇ ਬਾਹਰਲੇ ਜਿਹੜੇ ਯੂਰਪ ਦੇ ਸਾਰੇ ਜਿਹੜੇ ਪੱਛਮੀ ਮੁਲਕਾਂ ਵਾਲੇ ਆ, ਅਸੀਂ ਸ਼ਾਬਾਸ਼ੇ ਦੇਣੀ ਚਾਹੁੰਦੇ ਵੀ ਪੁੱਤਰਾ ਹੁਣ ਤੈਨੂੰ ਪਤਾ ਲੱਗੂ ਤੂੰ ਪੰਗਾ ਕਿਹਦੇ ਨਾਲ ਲਿਆ, ਤੇ ਤੂੰ ਸਾਨੂੰ ਬਹੁਤ ਚੰਗਾ ਕੀਤਾ ਤੇ ਸਾਨੂੰ ਜਗਾ ਦਿੱਤਾ। ਤੇ ਸਾਡੀ ਆਉਣ ਵਾਲੀਆਂ ਨਸਲਾਂ ਨੂੰ ਪਤਾ ਲੱਗੂਗਾ ਵੀ ਮੋਦੀ ਨੇ ਜਗਾਇਆ ਸੀ ਤੇ ਅਸੀਂ ਇਹਦੇ ਵਿੱਚੋਂ ਆਹ ਪ੍ਰਾਪਤ ਕੀਤਾ ਜਿਹੜਾ ਅਸੀਂ ਨਹੀਂ ਸੀ ਕਰ ਸਕੇ। ਇਹਦੇ ਖਿਆਲ 'ਚ ਵੀ ਅਸੀਂ 370 ਤੋੜਤੀ, ਇਹਨਾਂ ਮੁਸਲਮਾਨਾਂ ਨੂੰ ਦਬਾ ਲਿਆ, ਉਹਨਾਂ ਦੇ ਉੱਤੇ ਅਸੀਂ ਧੱਕੇਸ਼ਾਹੀ ਕਰ ਲਈ ਆ, ਤੇ ਅਸੀਂ ਇਹਨਾਂ ਨੂੰ ਵੀ ਦਬਾ ਲਾਂਗੇ। ਇਹ ਆਪਣੇ ਇਸ ਜਿਹੜੀ ਗਲਤ ਫਹਿਮੀ ਦੇ ਵਿੱਚ ਫਸਿਆ ਸੀ ਨਾ, ਅਸੀਂ ਕਹਿੰਦੇ ਆ ਵੀ ਤੇਰੀ ਮੋਦੀ ਸ਼ਾਬਾਸ਼ੇ ਆ, ਪਰ ਤੈਨੂੰ ਪੁੱਤਰਾ ਹੁਣ ਪਤਾ ਲੱਗੂਗਾ ਵੀ ਮੈਂ ਪੰਗਾ ਕਿੰਨਾ ਨਾ ਲਿਆ, ਵੀ ਇਹ ਇਸੇ ਸੰਘਰਸ਼ ਦੇ ਵਿੱਚੋਂ ਹੁਣ ਨਿਕਲਣਾ ਕੀ ਆ। ਇਹ ਉਹਨੂੰ ਰਾਤ ਨੀਂਦ ਨਹੀਂ ਆਉਂਦੀ ਵੀ ਮੈਂ ਜਗਾ ਕਿਹਨੂੰ ਲਿਆ। ਇਹ ਸਾਡੇ ਇਸ ਸੰਘਰਸ਼ ਦੇ ਵਿੱਚ ਮੈਂ ਕਹਿੰਦਾ 100 ਦਿਨ ਹੋ ਗਿਆ, ਅਸੀਂ 400 ਦਿਨ ਤੱਕ ਵੀ ਸੰਘਰਸ਼ ਕਰਾਂਗੇ ਪੂਰੀ। ਅਸੀਂ ਜਿੰਨਾ ਚਿਰ ਸਾਡਾ ਇਹਦੇ ਵਿੱਚ ਕੁਝ ਸਾਨੂੰ ਪ੍ਰਾਪਤ ਨਹੀਂ ਹੁੰਦਾ, ਇਹ ਸਿੱਖ ਕੌਮ ਆਪਣਾ ਪੂਰਾ ਸੰਘਰਸ਼ ਕਰੇਗੀ। ਤੇ ਮੋਦੀ ਇਹਨੂੰ ਇਹ ਸੋਚਣਾ ਪਊਗਾ ਮੋਦੀ ਨੂੰ ਵੀ ਮੈਂ ਇਹ ਗਲਤ ਥਾਂ 'ਤੇ ਪਾ ਲਿਆ। ਪ੍ਰਦਰਸ਼ਨਪਾਲ ਜੀ ਜਿਹੜੇ ਕਿਸਾਨ ਆਗੂ ਨੇ ਉਹ ਤਾਂ ਇਹ ਵੀ ਕਹਿੰਦੇ ਨੇ, ਉਹ ਕਹਿੰਦੇ ਵੀ ਹਰੇਕ ਚੀਜ਼ ਦੇ ਉੱਤੇ ਸਖਤੀ ਰੁਖ ਨਹੀਂ ਅਪਣਾਉਣਾ ਚਾਹੀਦਾ, ਕੁਝ ਗੱਲਾਂ ਦੇ ਉੱਤੇ ਵਿਚਾਰ ਕਰਨੀ ਚਾਹੀਦੀ ਹੈ ਜੀ। ਵੇਖੋ ਜੀ, ਜਿਹੜੇ ਸਾਡੇ ਲੀਡਰ ਆ ਨਾ, ਮੈਂ ਉਹਨਾਂ ਦੇ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ, ਬਹੁਤ ਇਹੋ ਜਿਹੇ ਲੀਡਰ ਹੈਗੇ ਨੇ ਜਿਹੜੇ ਉਹਨਾਂ ਦੀ ਝੋਲੀ ਵੀ ਪੈ ਚੁੱਕੇ ਆ। ਪਰ ਉਹਨਾਂ ਦੇ ਵਿੱਚ ਜਿਹੜੇ ਤੁਹਾਡੇ ਵਰਗੇ ਨੌਜਵਾਨ ਜਿਹੜੇ ਤੁਸੀਂ ਜਿਹੜਾ ਮੀਡੀਆ ਆ, ਜੋ ਸੋਸ਼ਲ ਮੀਡੀਆ ਜਿਹੜਾ ਤੁਸੀਂ ਸਾਥ ਦਿੱਤਾ ਆ ਨਾ, ਇਹ ਵੀ ਆਉਣ ਵਾਲੇ ਸਮੇਂ 'ਤੇ ਇੱਕ ਯੋਗਦਾਨ ਹੋਏਗਾ ਬਹੁਤ ਵੱਡਾ ਸੰਘਰਸ਼ ਦੇ ਵਿੱਚ, ਕਿਉਂਕਿ ਨੈਸ਼ਨਲ ਮੀਡੀਆ ਨੇ ਸਾਨੂੰ ਅਜੇ ਤੱਕ ਕਿਸੇ ਨੂੰ ਵਿਖਾਇਆ ਤੱਕ ਨਹੀਂ। ਤੇ ਤੁਹਾਡਾ ਜਿਹੜਾ ਸੋਸ਼ਲ ਮੀਡੀਆ ਆ, ਇਹ ਸੰਘਰਸ਼ ਨੂੰ ਜੇ ਜਾਗਰਤੀ ਦਿੱਤੀ ਹੈ ਤੇ ਇਹਨੇ ਦਿੱਤੀ ਹੈ। ਤੁਸੀਂ ਆ ਚਾਹੇ ਜਿੰਨਾ ਵੀ ਸੋਸ਼ਲ ਮੀਡੀਆ ਹੈਗਾ, ਇਸ ਕਰਕੇ ਜਿਹੜਾ ਇਹ ਬਹੁਤ ਗੱਲਾਂ ਸੁਣਨ 'ਚ ਆਉਂਦੀਆਂ ਨੇ, ਪਰ ਨੌਜਵਾਨ ਬੰਦਾ ਉਹਨਾਂ ਦੇ ਮਗਰ ਖੜਾ ਆ। ਅਸੀਂ ਇੱਥੇ ਜਿਹੜੇ ਸਟਾਲ ਲਾਉਣੇ ਨੇ, ਇਹ ਲਾਉਣੇ ਨੇ ਯੂਥ ਕਾਲ 'ਤੇ, ਵੀ ਇਹ ਖੜੇ ਆ ਵੀ ਤੁਸੀਂ ਭੱਜ ਜਾਓ, ਜੇ 3 ਬਿੱਲ ਪਾਸ ਹੋਣ ਤੁਸੀਂ ਭੱਜੋਗੇ ਤੇ ਕਿੱਥੇ ਜਾਓਗੇ, ਇੱਥੇ ਮੁੜ ਕੇ ਨਹੀਂ ਆਉਣਾ। ਲੱਗੀ ਸਮਝ? ਇਹ ਤੁਹਾਡੀ ਸ਼ਕਤੀ ਆ, ਤੁਹਾਡੀ ਜਿਹੜੀ ਸ਼ਕਤੀ ਆ ਨਾ, ਇਹਦਾ ਕਰਕੇ ਉਹ ਬੈਠੇ ਆ, ਜਿਹੜੇ ਉੱਥੇ ਲੀਡਰ ਬੈਠੇ ਆ, ਤੁਹਾਡੀ ਸ਼ਕਤੀ ਕਰਕੇ ਬੈਠੇ ਆ, ਨਹੀਂ ਤੇ ਉਹ ਭੱਜਣ ਤੋਂ ਬਹੁਤੀ ਦੇਰ ਨਹੀਂ ਲਾਉਣ ਵਾਲੇ ਸੀ। ਤੁਸੀਂ ਵਾਪਸ ਜਰਮਨ ਜਾਣਾ ਹੈ ਕਿਉਂਕਿ ਜਿਹੜੀਆਂ ਤੁਸੀਂ ਮੋਦੀ ਦੇ ਖਿਲਾਫ ਬਿਲਕੁਲ ਡਟ ਕੇ ਬੋਲ ਰਹੇ ਹੋ, ਉਹ ਤੇ 에ਅਰਪੋਰਟ ਤੋਂ ਚੱਕੀ ਜਾ ਰਹੇ ਆ ਜੀ। ਮੈਂ ਜਿਹੜਾ ਨਾ, ਮੈਂ ਬਹੁਤ ਲੰਬਾ ਸਮਾਂ ਰਾਜਪੁਰਾ ਸਾਹਿਬ ਸਾਰਿਆਂ ਨੂੰ ਪਤਾ, ਮੈਂ ਬਹੁਤ ਲੰਬਾ ਸਮਾਂ ਜੇਲ੍ਹ ਵੀ ਕੱਟੀ ਆ, ਬਹੁਤ ਵੱਡੇ ਤਸ਼ੱਦਦ ਚੱਲੇ ਆ। ਇਹ ਸਾਨੂੰ ਆਹ ਜਿਹੜੀਆਂ ਗੱਲਾਂ ਨੇ ਨਾ ਵੀ ਅਸੀਂ ਜਰਮਨ ਮੇਰੇ ਵਾਸਤੇ ਕੀ ਆ, ਮੈਨੂੰ ਸਭ ਤੋਂ ਵੱਡੀ ਮੇਰੀ ਧਰਤੀ ਮਾਂ ਆ। ਕਿਉਂਕਿ ਜਿਹੜੇ ਐਵੇਂ ਖੁੱਲ੍ਹ ਕੇ ਬੋਲਦੇ ਆ ਨਾ ਜੀ, ਉਹਨਾਂ ਨੂੰ ਅੱਜ ਵੀ ਇਹਨਾਂ ਨੇ 에ਅਰਪੋਰਟ ਤੋਂ ਨੌਜਵਾਨ ਚੱਕ ਲਏ ਆ ਜੀ। ਮਤਲਬ ਕਿ ਜਿਹੜੇ ਕੇਂਦਰ ਸਰਕਾਰ ਖਿਲਾਫ ਬੋਲਦੇ ਉਹਨਾਂ ਨੂੰ ਤਾਂ ਚੁੱਕੀ ਜਾ ਰਹੇ ਨੇ। ਤਾਂ ਮੈਂ ਪੁੱਛ ਰਿਹਾ ਵੀ ਤੁਸੀਂ ਵਾਪਸ ਜਾਣਾ ਵੀ ਕਿਤੇ, ਜੇ 에ਅਰਪੋਰਟ ਤੋਂ ਚੱਕ ਲਿਆ ਤਾਂ ਮੈਂ ਕਿਹਾ ਜੀ, ਜੇ ਸੱਚ ਬੋਲਣ ਵਾਲਿਆਂ ਨੂੰ ਹਮੇਸ਼ਾ ਸਰਕਾਰਾਂ ਚੁੱਕਦੀਆਂ ਨੇ, ਜੇ ਚੱਕ ਲੈਣਗੇ ਤੇ ਫਿਰ ਕੀ ਹੋਏਗਾ? ਫਿਰ ਕਿਵੇਂ ਦੇ ਤਸ਼ੱਦਦ ਤੁਸੀਂ ਸਹੇ ਆ ਉਹ ਵੀ ਦੱਸੋ ਜੀ। ਤਸ਼ੱਦਦ ਅਸੀਂ ਇਹਦੇ ਸਹੇ ਆ ਵੀ ਅਸੀਂ ਸਾਡੇ ਅੱਜ ਤੱਕ ਵੀ ਜਿਹੜੇ ਤੁਸੀਂ ਸਾਡੇ ਬਸਤਲ ਵਿਭਾਗ ਵੇਖੋਗੇ ਨਾ, ਤੇ ਤੁਹਾਨੂੰ ਪਤਾ ਲੱਗ ਜੂਗਾ ਵੀ ਵਾਕਿਆ ਤਸ਼ੱਦਦ। ਬਿਜਲੀ ਦੇ ਕਰੰਟਾਂ ਤੱਕ ਸਾਨੂੰ ਪੁੱਠੇ ਲਮਕਾ ਕੇ ਕਈ ਘੰਟੇ ਪੁੱਠੇ ਲਮਕਾਉਂਦੇ ਰਹੇ ਆ, ਚੱਡੇ ਪਾੜੇ ਆ, ਸਾਡੇ ਲੱਤਾਂ ਖਿੱਚੀਆਂ ਨੇ ਸਾਡੀਆਂ। ਉਹ ਤੋਂ ਵੱਡੀ ਤਾਂ ਗੱਲ ਕੋਈ ਨਹੀਂ ਹੁੰਦਾ। ਕਿਹੜੇ ਮੋਰਚੇ ਦੌਰਾਨ ਤੁਸੀਂ ਜੇਲ੍ਹ ਜਾਂਦੇ ਹੋ ਜੀ? ਤੁਹਾਨੂੰ ਤੇ ਬੇਟਾ ਜੀ ਪਤਾ ਹੋਣਾ ਚਾਹੀਦਾ, ਤੁਸੀਂ ਨੌਜਵਾਨ ਜੇ, ਵੀ ਜਿਹੜਾ 1978 ਤੋਂ ਲੈ ਕੇ 1995 ਤੱਕ ਜਿਹੜਾ ਸੰਘਰਸ਼ ਚੱਲਿਆ ਸੀ, ਉਹ ਕਿਹੜਾ ਮੋਰਚਾ ਸੀ?
ਜਿਹਦੇ ਵਿੱਚ ਅਸੀਂ 1 ਲੱਖ ਤੋਂ ਵੱਧ ਆਪਣੀਆਂ ਜਿਹੜੀਆਂ ਸ਼ਹੀਦੀਆਂ ਦੇ ਚੁੱਕੇ ਹਾਂ, ਉਹ ਕਿਹੜਾ ਮੋਰਚਾ ਸੀ? ਉਹਦੇ ਵਿੱਚ ਜੇ ਅਸੀਂ ਜਾ ਚੁੱਕੇ ਹਾਂ ਨਾ, ਉਹੀ ਮੈਂ ਗੱਲ ਕਰ ਰਿਹਾ ਜੀ। ਉਹਦੇ ਅਸੀਂ ਸੌਂਗੇ, ਇੰਨਾ ਕੁ ਨੁਕਸਾਨ ਕਰਾ ਕੇ ਆ ਸਾਰਾ ਬੈਠੇ ਆ ਇਹਦੇ ਫਾਦਰ ਸ਼ਹੀਦ ਹੋਏ ਆ, ਇਹਦੇ ਫਾਦਰ ਸ਼ਹੀਦ ਹੋਏ, ਨੌਜਵਾਨ ਫਿਰ ਤੁਰਿਆ ਵਾ। ਇਹ ਜਿਹੜੇ ਬੱਚੇ ਤੁਰੇ, ਜਿਹੜੇ ਸੌਂਗੇ ਸੀ ਤਾਂ ਉਹ ਫਿਰ ਅੱਜ ਖੜੇ ਹੋਏ ਆ। ਤੇ ਹਾਂਜੀ, ਨਿਰੰਕਾਰੀ ਕਾਂਡ ਤੋਂ ਬਾਅਦ 78 ਤੋਂ ਉਹਦੇ ਵਿੱਚ 13 ਸਿੰਘ ਖੰਡ ਕੀਰਤਨ ਜਿੱਤੇ ਦੇ ਸਾਡੇ, ਮੈਂ ਖੰਡ ਕੀਰਤਨ ਜਨਮ ਦਿਆਂ, ਸਾਡੇ 13 ਸਿੰਘ ਸ਼ਹੀਦ ਹੋਏ ਆ। ਲੱਗੀ ਸਮਝ? ਅਸੀਂ ਉਸ ਸੰਘਰਸ਼ ਦੇ ਵਿੱਚੋਂ ਨਿਕਲੇ ਆ। ਉਸ ਸੰਘਰਸ਼ ਦੀ ਅੱਜ ਤੱਕ ਪੈੜ ਨੱਪੀ ਆ, ਪਰ ਫਿਰ ਵੀ ਲੋਕਾਂ ਨੇ, ਉਹ ਲੋਕ ਸੌਂ ਗਏ। ਲੋਕਾਂ ਨੇ ਵੇਖਿਆ ਸ਼ਹੀਦੀਆਂ ਦੇ ਕੇ ਵੀ ਆਪਣੇ ਮਾਵਾਂ ਦੇ ਪੁੱਤ ਜਿਹੜੇ ਲਕੋਲੇ। ਪਰ ਮੋਦੀ ਦੀ ਸ਼ਾਬਾਸ਼ ਆ, ਜਿਹਨੇ ਸਾਡੇ ਫੇਰ ਆਲੋ ਟਾਲਤਾ ਵੀ ਤਗੜੇ ਹੋ ਜਾਓ। ਅਸੀਂ ਤੁਸੀਂ ਅੱਜ ਫਿਰ ਸਿੱਖ ਕੌਮ ਜਿਹੜੀ ਆ ਨਾ, ਉੱਥੇ ਖੜ ਗਈ ਆ ਜਿੱਥੇ 78 'ਚ ਖੜੀ ਸੀ। ਤੇ ਹੁਣ ਮੇਰਾ ਜਿੱਥੋਂ ਤੱਕ ਮੇਰੀ ਇਹ ਸੋਚ ਆ, ਮੈਂ ਸੋਚਦਾ ਵੀ ਇਹ ਬਹਿਣ ਵਾਲੀ ਨਹੀਂ। ਹੁਣ ਇਹਦੇ 'ਚ ਕੁਝ ਸਾਨੂੰ ਪ੍ਰਾਪਤੀ ਹੋਏਗੀ। ਜੋ ਅਸੀਂ 1 ਲੱਖ ਸਿੰਘ ਸ਼ਹੀਦ ਕਰ ਚੁੱਕੇ ਆ ਨਾ, ਜੇ ਸਾਨੂੰ ਉਹਦੇ 'ਚ ਗੁਰੂ ਮਹਾਰਾਜ ਕਿਰਪਾ ਕੀਤੀ, ਨਹੀਂ ਕੁਝ ਪ੍ਰਾਪਤ ਹੋਇਆ, ਪਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕੋਈ ਐਸੀ ਵਿਧ ਬਣਾ ਦਿੱਤੀ ਆ ਮੋਦੀ ਦੇ ਰਾਹੀਂ, ਐਸੀ ਵਿਧ ਬਣਾ ਦਿੱਤੀ ਆ, ਮੋਦੀ ਨੂੰ ਕਹਿਤਾ ਵੀ ਤੂੰ ਕੁਝ ਕਰ ਤੇ ਤੇਰਾ ਦਾ ਕੋਈ ਕਰੀਏ। ਅਸੀਂ ਉਹ ਮਹਾਰਾਜ ਵਿਧ ਬਣਾਉਂਦਾ। ਇਹ ਜਿਸ ਸਥਾਨ 'ਤੇ ਅਸੀਂ ਖੜੇ ਆ ਨਾ, ਇਸ ਪਾਤਸ਼ਾਹ ਦਸ਼ੇ ਪਾਤਸ਼ਾਹ ਨੇ ਸਾਡੇ 'ਤੇ ਵਿਧ ਬਣਾਤੀ ਆ, ਮੋਦੀ ਦੇ ਹੱਥ ਰੱਖ ਕੇ ਵੀ ਕਰ। ਤੇ ਹੁਣ ਸਾਡੀ ਪ੍ਰਾਪਤੀ ਉਹ ਹੋਏਗੀ। ਇਹ ਅਕਾਲ ਪੁਰਖ ਸੱਚੇ ਪਾਤਸ਼ਾਹ ਕਿਰਪਾ ਕਰਨਗੇ। ਇਹ ਸੰਘਰਸ਼ ਦੇ ਵਿੱਚ ਕੁਝ ਸਾਨੂੰ ਪ੍ਰਾਪਤ ਹੋਏਗਾ, ਜ਼ਰੂਰ ਹੋਏਗਾ। ਬਿਲਕੁਲ ਜੀ। ਸੋ ਉਮੀਦ ਹਰੇਕ ਨੂੰ ਹੈ, ਕਿਉਂਕਿ ਹੌਸਲੇ ਬੁਲੰਦ ਨੇ। ਜਦੋਂ ਹੌਸਲੇ ਬੁਲੰਦ ਨੇ ਤੇ ਕੌਮ ਵੀ ਉਹ ਹੈ ਜਿਹੜੀ ਕਦੇ ਹਾਰੀ ਨਹੀਂ, ਤਾਂ ਫਿਰ ਪ੍ਰਾਪਤ ਕਿਉਂ ਨਹੀਂ ਹੋਏਗਾ। ਸੋ ਸਿੱਧੂਪੁਰ ਜੀ, ਤੁਸੀਂ ਕਿਵੇਂ ਵੇਖਦੇ ਹੋ ਇਸ ਮੋਰਚੇ ਨੂੰ ਵੀ, ਤੇ ਹੋਲਾ ਮਹੱਲਾ ਵੀ ਮਨਾਉਣ ਜਾ ਰਹੇ ਹਾਂ ਅਸੀਂ, ਤੇ ਇਹ ਦੋਵੇਂ ਚੀਜ਼ਾਂ ਨੂੰ ਹੁਣ ਮੋਰਚਾ ਜ਼ਰੂਰ ਇੱਦਾਂ ਹੀ ਤਕਰੀਬਨ ਚਾਹੇ ਸਾਨੂੰ 400 ਦਿਨ ਵੀ ਲਾਉਣਾ ਪਵੇ, 300 ਦਿਨ ਵੀ ਲਾਉਣਾ ਪਵੇ, ਡਟੇ ਰਹਾਂਗੇ। ਮੋਰਚਾ ਹਰ ਇੱਕ ਸਰਕਾਰ ਨੂੰ ਝੁਕਣਾ ਪਊਗਾ, ਹਰ ਹੀਲੇ। ਅੰਗਰੇਜ਼ ਵੀ ਝੁਕੇ ਆ ਤੇ ਸਿੱਖ ਇਹਦਾ ਮੁਰੇ ਤਕਰੀਬਨ ਹਰ ਹਾਲਤ 'ਚ ਝੁਕਣਾ ਪਊਗਾ। ਮੋਰਚਾ ਜਾਣੀ ਤੇ ਸਫਲ ਹੋਊਗਾ, ਕਿਸਾਨੀ ਦਾ ਮੋਰਚਾ ਜੀ। ਸੋ ਬਿਲਕੁਲ ਰਾਜਪੁਰਾ ਸਾਹਿਬ, ਮੈਂ ਇੱਕ ਵਾਰ ਫਿਰ ਤੁਹਾਡੇ ਕੋਲ ਆਉਣਾ ਚਾਹੁੰਦਾ, ਕਿਉਂਕਿ ਤੁਸੀਂ ਚਲੋ ਕੈਂਪ ਵੀ ਲਗਾ ਰਹੇ ਹੋ, ਇੱਕ ਤਰ੍ਹਾਂ ਦਾ ਕੈਂਪ ਹੀ ਕਹਿ ਲਈਏ ਆਪਾਂ ਹੋਲੇ ਮੁਹੱਲੇ ਦੇ ਵਿੱਚ ਜਾਂ, ਪਰ ਕੀ ਇਹ ਸਾਰਾ ਕੁਝ ਤੁਸੀਂ ਸੋਚ ਸਮਝ ਕੇ ਕਰ ਰਹੇ ਹੋ? ਕਿਉਂਕਿ ਖਹਿਰਾ ਸਾਹਿਬ ਤੇ ਈਡੀ ਦੀ ਰੇਡ ਵੱਜ ਗਈ ਹੈ, ਤੇ ਇਹ ਨਾ ਹੋਵੇ ਵੀ ਆਪਣੀਆਂ ਵੀ ਫਾਈਲਾਂ ਫੂਲਾਂ ਖੋਲ੍ਹ ਲੈਣ। ਦੇਖੋ ਜੀ, ਈਡੀ ਦੀ ਰੇਡ ਤੇ ਹੁਣ ਆਈ ਹੈ। ਉਸ ਤੋਂ ਪਹਿਲਾਂ ਮਤਲਬ ਸਾਨੂੰ ਐਨਆਈਏ ਵੱਲੋਂ ਨੋਟਿਸ ਆ ਚੁੱਕੇ ਨੇ, ਠੀਕ ਹੈ। ਉਸ ਤੋਂ ਸਟੇਟ ਗਵਰਨਮੈਂਟ ਹੈ, ਉਹਦੇ ਵੱਲੋਂ ਵੀ ਕਿਤੇ ਨਾ ਕਿਤੇ ਥ੍ਰੈਟ ਦਿੱਤੇ ਜਾ ਰਹੇ ਨੇ। ਸੋ ਇਹ ਸਾਰਾ ਕੁਝ ਮਤਲਬ ਨਾਲ ਦੀ ਨਾਲ ਚੱਲ ਰਿਹਾ। ਜੇ ਕੋਈ ਵੀ ਸੰਘਰਸ਼ ਹੈ, ਸਟੇਟ ਗਵਰਨਮੈਂਟ ਕਿਵੇਂ ਦੇ ਰਹੀ? ਉਹ ਤਾਂ ਕਹਿੰਦੇ ਅਸੀਂ ਕਿਸਾਨਾਂ ਨਾਲ ਆ ਜੀ। ਦੇਖੋ ਜੀ, ਸਟੇਟ ਗਵਰਨਮੈਂਟ ਦੀ ਕਾਊਂਟਰ ਇੰਟੈਲੀਜੈਂਸ ਹੈ, ਉਹਦੇ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਕਿਉਂ ਨਹੀਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ? ਜਿਹੜਾ ਕੰਮ ਐਨਆਈਏ ਕਰ ਰਹੀ ਹੈ, ਉਹਦੇ ਵੱਲੋਂ ਵੀ ਹੋ ਰਿਹਾ। ਇਹ ਸਟੇਟ ਗਵਰਨਮੈਂਟ ਤੇ ਉਹਦੇ ਵੱਲੋਂ ਠੀਕ ਹੈ, ਇੰਡਾਇਰੈਕਟਲੀ ਹੋ ਸਕਦਾ ਕੁਝ ਮੁੱਦਿਆਂ ਦੇ ਉੱਤੇ ਕਿਸਾਨੀ ਨੂੰ ਉਹ ਸਪੋਰਟ ਕਰਦੇ ਹੋਣ, ਪਰ ਬੜੀ ਚੀਜ਼ਾਂ ਹਜੇ ਵੀ ਇਹੋ ਜਿਹੀਆਂ ਨੇ ਕਿ ਉਹ ਕੇਂਦਰ ਨੂੰ ਪੂਰੀ ਸਪੋਰਟ ਕਰ ਰਹੇ ਨੇ, ਪੂਰਾ ਸਮਰਥਨ ਕਰ ਰਹੇ ਨੇ। ਮਤਲਬ ਸਾਨੂੰ ਪੰਜਾਬ ਵਾਸੀਆਂ ਨੂੰ, ਸਿੱਖਾਂ ਨੂੰ ਖਾਸ ਤੌਰ ਕਿਸੇ ਭੁਲੇਖੇ 'ਚ ਨਹੀਂ ਰਹਿਣਾ ਚਾਹੀਦਾ ਕਿ ਕਾਂਗਰਸ ਹੈ ਜਿਹੜੀ ਉਹ ਸਾਨੂੰ ਸਪੋਰਟ ਕਰੂਗੀ, ਕਿਉਂਕਿ ਜਿਹੜਾ ਪੰਜਾਬ ਕਾਂਗਰਸ ਹੈਗੀ ਹੈ ਜਾਂ ਸਟੇਟ ਦੀ ਹੈਗੀ, ਇਹਨਾਂ ਦੀ ਕੰਟਰੀ ਦੀ ਹੈ, ਇਹਨਾਂ ਵੱਲੋਂ 2018 ਦੇ ਵਿੱਚ ਪੰਚਾਇਤੀ ਐਕਟ ਪਾਸ ਕੀਤਾ ਗਿਆ ਸੀ। ਉਹਦੇ ਵਿੱਚ ਸੋਧਾਂ ਕੀਤੀ ਗਈਆਂ। ਉਹਦੇ ਵਿੱਚ ਇਹੋ ਜਿਹੀ ਸੋਧਾਂ ਪਾਸ ਕੀਤੀ ਗਈਆਂ ਕਿ ਅੱਗੇ ਜਿਹੜੀ ਗਰੀਬਾਂ ਨੂੰ, ਦਲਿਤਾਂ ਨੂੰ ਜ਼ਮੀਨਾਂ ਮਿਲ ਜਾਂਦੀ ਸੀਗੀਆਂ ਸ਼ਾਮਲੜ ਜ਼ਮੀਨ 'ਚੋਂ, ਉਹ ਕੱਟ ਕੇ ਉਹਦੇ ਵਿੱਚ ਇਹ ਲਿਖ ਦਿੱਤਾ ਗਿਆ ਕਿ ਇਹ ਜ਼ਮੀਨਾਂ ਅਸੀਂ ਕਾਰਪੋਰੇਟ ਅਦਾਰਿਆਂ ਨੂੰ ਦੇਵਾਂਗੇ। ਉਹਨਾਂ ਦੀ ਮਰਜ਼ੀ ਹੈ, ਉਹ ਦੇਣ ਨਾ ਦੇਣ, ਉਹ ਆ ਕੇ ਵਪਾਰ ਕਰਨਗੇ। ਤੇ ਫਿਰ ਆਪਾਂ ਕਾਂਗਰਸ ਨੂੰ ਕਿੱਦਾਂ ਸਮਝ ਲਾਂਗੇ ਕਿ ਇਹ ਮੋਦੀਆਂ ਨਾਲੋਂ ਘੱਟ ਹੈ? ਜਾਂ ਪੰਜਾਬ ਸਰਕਾਰ ਦਾ ਜਿਹੜਾ 14 ਦੇ ਵਿੱਚ 15-14 ਦੇ ਵਿੱਚ ਬਿੱਲ ਪਾਸ ਕੀਤਾ ਗਿਆ ਕਿਸਾਨੀ ਦੇ ਸੰਬੰਧ ਦੇ ਵਿੱਚ, ਜਿਹੜਾ ਕੰਟਰੈਕਟ ਫਾਰਮਿੰਗ ਹੈ, ਇਹਨਾਂ ਨੇ ਵੀ ਲਾਗੂ ਕੀਤਾ ਸੀ। ਉਹ ਤੁਸੀਂ ਪੜ੍ਹ ਕੇ ਦੇਖ ਲਓ, ਉਹ ਕਿੰਨਾ ਕੁ ਸਰਬੱਤ ਦੇ ਭੱਲੇ ਵਾਲਾ ਵਾ। ਉਹ ਵੀ ਸਾਰਾ ਜਿਹੜੇ ਕਾਰਪੋਰੇਟ ਅਦਾਰੇ ਨੇ, ਘਰਾਨੇ ਨੇ, ਉਹਨਾਂ ਨੂੰ ਸਮਰਪਿਤ ਹੈ। ਸੋ ਮੈਂ ਜਿਹੜੀ ਗੱਲ ਸ਼ੁਰੂਆਤ ਦੇ ਵਿੱਚ ਤੁਸੀਂ ਵੀ ਕੁਐਸਚਨ ਕੀਤਾ ਸੀ, ਤੁਸੀਂ ਗੱਲ ਕੀਤੀ ਹੈ ਵੀ ਇਹ ਸਾਰਾ ਕੁਝ ਰਲ ਕੇ ਕਰੇ, ਫਿਰ ਕੀ ਲੋਕ ਜਾਗਰੂਕ ਹੁੰਦੇ ਨੇ? ਕਿਉਂਕਿ ਮੈਂ ਇਸ ਕਰਕੇ ਪੁੱਛ ਰਿਹਾ, 84 ਕਾਂਡ ਹੋ ਜਾਂਦਾ, ਅਸੀਂ ਕਾਂਗਰਸ ਨੂੰ ਦੋਸ਼ੀ ਦੱਸੀ ਜਾਂਦੇ ਆ, 91-92 ਚ ਆ ਕੇ ਫਿਰ ਕਾਂਗਰਸ ਜਿੱਤ ਜਾਂਦੀ ਹੈ ਜੀ। ਦੇਖੋ ਜੀ, ਇਹ ਸਾਡੇ ਇਸ ਮੁਲਕ ਦੀ ਟ੍ਰੈਜਡੀ ਹੈ। ਉਹਦਾ ਕਾਰਨ ਹੈ ਕਿ ਸਾਰਾ ਕੁਝ ਮੀਡੀਆ ਇਹਨਾਂ ਕੋਲ ਹੈ, ਸਰਕਾਰੀ ਜਿਹੜਾ ਅਮਲਾ ਉਹ ਇਹਨਾਂ ਕੋਲ ਹੈ, ਆਰਮੀ ਇਹਨਾਂ ਕੋਲ ਹੈ। ਇਹ ਤੇ ਮਤਲਬ ਤੁਹਾਡੇ ਵਰਗੇ ਕੋਈ ਵਿਰਲੇ ਬੰਦੇ ਚੈਨਲ ਹੈਗੇ ਨੇ ਕਿ ਜਿਹੜੇ ਸੋਸ਼ਲ ਮੀਡੀਆ ਵਾਲੇ ਹੈਗੇ ਨੇ, ਉਹ ਗੱਲ ਰੱਖ ਰਹੇ ਨੇ ਲੋਕਾਂ ਤੱਕ। ਜੇ ਮੈਂ ਕਹਿੰਦਾ ਸੋਸ਼ਲ ਮੀਡੀਆ ਜਾਂ ਪੰਜਾਬ ਦਾ, ਵਿਸ਼ੇਸ਼ ਤੌਰ ਪੰਜਾਬ ਦਾ ਵੈਬ ਮੀਡੀਆ, ਉਹ ਨਾ ਹੁੰਦਾ ਦਿੱਲੀ 'ਚ, ਤੇ ਸਾਡੇ ਨਾਲ ਉੱਥੇ ਹਾਲਾਤ ਬਹੁਤ ਮਾੜੇ ਹੋਣੇ ਸੀ। ਜਿਹੜਾ ਤੁਸੀਂ ਜਾਨ ਤਲੀ ਦੇ ਧਰ ਕੇ ਉੱਤੇ ਸਾਰਾ ਕਵਰੇਜ ਕੀਤੀ ਹੈ,
ਉਹ ਵਾਕਈ ਇਤਿਹਾਸ ਦੇ ਵਿੱਚ ਜਿੱਦਾਂ ਭਲਵਾਨ ਜੀ ਨੇ ਦੱਸਿਆ ਉਹ ਦਰਜ ਹੋਣੀ ਹੈ ਕਿ ਪੰਜਾਬ ਦੇ ਜਿਹੜੇ ਨੌਜਵਾਨ ਸੀਗੇ, ਜਿਹੜਾ ਵੈਬ ਮੀਡੀਆ ਸੀ, ਉਹਦਾ ਰੋਲ ਕੀ ਰਿਹਾ। ਇਹ ਸਵਾਲ ਹੋਇਆ ਕਰੂਗਾ ਬੱਚਿਆਂ ਨੂੰ ਕਿਸੇ ਸਮੇਂ, ਇਹ ਗੱਲ ਹੋਊਗੀ। ਸੋ ਇਹ ਸਾਰੀ ਗੱਲਾਂ ਨੂੰ ਅਸੀਂ ਲੈ ਕੇ ਨਾਲ ਚੱਲਣਾ ਵਾ ਕਿ ਜਿਹੜੀ ਭਾਵੇਂ ਕਾਂਗਰਸ ਹੈ, ਭਾਵੇਂ ਆਮ ਆਦਮੀ ਪਾਰਟੀ ਹੈ, ਇਹ ਰਾਸ਼ਟਰਵਾਦੀ ਪਾਰਟੀਆਂ ਨੇ, ਇਹਨਾਂ ਵੱਲੋਂ ਅਖੌਤੀ ਰਾਸ਼ਟਰਵਾਦ ਦੀ ਗੱਲ ਕਰਨੀ ਹੈ, ਕਿਤੇ ਇਹ ਤਿਰੰਗੇ ਦੀ ਆੜ ਹੇਠ ਕੋਈ ਹੋਰ ਗੱਲ ਕਰਨਗੇ, ਕਿਤੇ ਦੇਸ਼ ਨੂੰ ਬਚਾਉਣ ਲਈ ਗੱਲ ਕਰਨਗੇ, ਤੇ ਘੱਟ ਗਿਣਤੀਆਂ ਦਾ ਜਿਹੜਾ ਉਹਦੇ 'ਚ ਨੁਕਸਾਨ ਹੁੰਦਾ। ਅਸੀਂ ਤੇ ਸਰਬੱਤ ਦੀ ਭਲੇ ਦੀ ਸੋਚ ਲੈ, ਅਸੀਂ ਤੇ ਕਿਹਾ ਹੀ ਨਹੀਂ ਵੀ ਯਾਰ ਤੁਸੀਂ ਇਕੱਲੇ ਪੰਜਾਬ ਦਾ, ਅਸੀਂ ਪੰਜਾਬ ਦੇ ਕਰਾਣੇ ਹੁੰਦੇ ਤਾਂ 4 ਦਿਨਾਂ 'ਚ ਕਰਾ ਲੈਂਦੇ ਰੱਦ। ਉਹ ਤੇ ਕਹਿ ਰਹੇ ਨੇ ਪੰਜਾਬ ਵਾਲੇ ਤੁਸੀਂ ਪਿੱਛੇ ਹਟ ਜਾਓ, ਰੱਦ ਕਰ ਦਿੰਦੇ ਆ। ਅਸੀਂ ਤਾਂ ਮੁਲਕ ਦੇ ਭਲੇ ਦੀ ਗੱਲ ਕਰ ਰਹੇ ਆ। ਤੁਸੀਂ ਬਾਕੀ ਸਾਰੀਆਂ ਪਾਰਟੀਆਂ ਨੂੰ ਨਕਾਰ ਰਹੇ ਹੋ ਵੀ ਕੋਈ ਚੰਗਾ ਨਹੀਂ ਹੈਗਾ, ਕਿਤੇ ਕੱਲ੍ਹ ਨੂੰ ਇਹ ਤਾਂ ਨਹੀਂ ਹੈ ਵੀ ਰਾਜਪੁਰਾ ਸਾਹਿਬ ਵੀ ਚੋਣ ਲੜਨ ਜਾ ਰਹੇ ਹੋ 2022 ਦੇਖੋ ਜੀ, ਅਸੀਂ ਜਿਹੜੀ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਦਾ ਡਟ ਕੇ ਹਮੇਸ਼ਾ ਵਿਰੋਧ ਕੀਤਾ ਤੇ ਕਰਦੇ ਰਵਾਂਗੇ। ਆਪ ਵੀ ਲੜੋਗੇ ਜੀ ਫਿਰ ਚੋਣ ਦੇ? ਦੇਖੋ ਜੀ, ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਆਉਂਦੀਆਂ ਨੇ ਉਹਦੇ 'ਚ ਜ਼ਰੂਰ ਅਕਾਲ ਯੂਥ ਵੱਲੋਂ ਮਤਲਬ ਹਿੱਸਾ ਲਿਆ ਜਾਵੇਗਾ। ਜਿਹੜੀ ਦੂਜੀ ਰਾਜਨੀਤਿਕ ਪਾਰਟੀਆਂ ਜਾਂ ਦੂਜੀ ਪਾਰਲੀਮੈਂਟ ਦੀ ਚੋਣਾਂ ਨੇ ਉਹਦੇ ਬਾਬਤ ਸਾਡਾ ਜਾਂ ਸੰਗਤ ਨਾਲ ਸਾਡੀ ਹਲੇ ਕਿਸੇ ਤਰ੍ਹਾਂ ਦੀ ਕੋਈ ਵੀ ਸਾਂਝ ਜਾਂ ਵਿਚਾਰ ਨਹੀਂ ਹੋਈ, ਪਰ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਆਉਂਦੀਆਂ ਨੇ ਉਹਦੇ ਵਿੱਚ ਜ਼ਰੂਰ ਅਸੀਂ ਹਿੱਸਾ ਲਵਾਂਗੇ। ਜੀ ਹਾਂਜੀ ਭਲਵਾਨ ਸਾਹਿਬ ਤੁਸੀਂ ਸਵਾਲ ਕੀਤਾ ਸੀਗਾ ਕਿ 84 ਦੇ ਵਿੱਚ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਵੀ ਮੁੜ ਕੇ 92 91 ਚ ਉਹਨਾਂ ਨੇ ਸਰਕਾਰ ਫਿਰ ਬਣਾਈ। ਮੈਂ ਉਸ ਮਸਲੇ ਤੇ ਥੋੜੀ ਗੱਲ ਕਰਨੀ ਚਾਹੁੰਦਾ ਕਿ ਸਿੱਖ ਕੌਮ ਜਿਹੜੀ ਆ ਉਹ ਇੰਨੀ ਸੁੱਖ ਰਹਿਣੀ ਤੇ ਸੁੱਖ ਭੋਗਣ ਦੇ ਹੋ ਗਈ ਆ ਵੀ ਆਪਣਾ ਪੁਰਾਣਾ ਇਤਿਹਾਸ ਪੜ੍ਹ ਲਓ ਵੀ ਜਦੋਂ ਸਿੱਖ ਕੌਮ ਤੇ ਭੀੜ ਬਣਦੀ ਰਹੀ ਆ ਨਾ, ਅਸੀਂ ਪਰਿਵਾਰਾਂ ਸਮੇਤ ਘਰਾਂ ਚੋਂ ਨਿਕਲੇ ਆ। ਪਰਿਵਾਰਾਂ ਸਮੇਤ ਗੱਡਿਆਂ ਦੇ ਰਾਸ਼ਨ ਪਾਣੀ ਲੈ ਲਿਆ, ਜੋ ਕੁਝ ਹੈਗਾ ਸੀ ਲੈ ਗਏ ਤੇ ਸੰਘਰਸ਼ ਨੂੰ ਤੁਰ ਪਏ। ਅਸੀਂ ਘਰ ਦੇ ਵਿੱਚੋਂ ਜੇ 10 ਮੈਂਬਰ ਆ ਜਾਂ 4 ਮੈਂਬਰ ਆ ਤੇ ਅਸੀਂ ਇੱਕ ਜਣਾ ਜਦੋਂ ਭੱਜਦੇ ਆ ਨਾ ਤੇ 4 ਅਸੀਂ ਸੁੱਖ ਰਹਿਣਾ ਚਾਹੁੰਦੇ ਆ ਤੇ ਜਿਹੜਾ ਚੌਥਾ ਉਹ ਅਸੀਂ ਚੱਕੀ ਪੀਂਦੇ ਨੇ। ਇਹ ਸਿੱਖ ਕੌਮ ਦੀ ਇੱਕ ਤਰਾਸਦੀ ਰਹੀ ਆ। ਜੇ ਸੰਘਰਸ਼ ਲੜੇ ਜਾਂਦੇ ਨਾ ਜਦੋਂ ਸਾਡੇ ਸਿੱਖ ਕੌਮ ਦੀ ਸਿਰਫ ਇਹੀ ਤਰਾਸਦੀ ਰਹੀ ਆ ਕਿ ਮੈਂ ਆਪਣਾ ਤਸ਼ੱਦਦ ਦੱਸਿਆ ਤੇ ਮੇਰੇ 2 ਜਿਹੜੇ ਘਰ ਦੇ ਜੀ ਆ ਉਹ ਮੇਰਾ ਤਸ਼ੱਦਦ ਵੇਖ ਕੇ ਉਹ ਇਸ ਪਾਸੇ ਤੁਰਨ ਵਾਸਤੇ ਤਿਆਰ ਨਹੀਂ। ਕਿਉਂਕਿ ਤੇਰੇ ਤੇ ਤਸ਼ੱਦਦ ਮੈਂ ਇਹੀ ਕੰਮ ਨਹੀਂ, ਅਸੀਂ ਸੁੱਖ ਨੂੰ ਅਪਣਾ ਲਿਆ ਤੇ ਆਪਣਾ ਜਿਹੜਾ ਸਾਡਾ ਅਸਲ ਮਕਸਦ ਸੀ ਅਸੀਂ ਇਹਨੂੰ ਭੁੱਲ ਗਏ। ਇਸ ਵਾਸਤੇ ਅਸੀਂ ਜਿਹੜੀ ਆ ਕਾਂਗਰਸ ਨੂੰ ਇਸ ਕਰਕੇ ਜਤਾ ਲਿਆ ਵੀ ਹਾਂ ਜੀ ਉਹ ਗੱਡੀ ਆ ਗਈ ਲਾਲ ਬੱਤੀ ਵਾਲੀ, ਸਾਨੂੰ ਚੁੱਕ ਕੇ ਗੱਡੀ 'ਚ ਨਾ ਸੁੱਟ ਲੈਣ। ਅਸੀਂ ਇਸ ਕਰਕੇ ਉਹਨਾਂ ਨੂੰ ਜਤਾਇਆ ਵੀ ਲਾਲ ਬੱਤੀ ਗੱਡੀ ਸਾਡੇ ਬੱਚੇ ਨੂੰ ਚੁੱਕ ਕੇ ਨਾ ਲੈ ਜੀ। ਨਹੀਂ ਤੇ ਅਸੀਂ ਕਾਂਗਰਸ ਨੂੰ ਕਦੀ ਵੇਖੋ ਸਾਡੇ ਦੋਵੇਂ ਦੁਸ਼ਮਣ, ਕਾਂਗਰਸ ਸਾਡੀ ਦੁਸ਼ਮਣ ਤੇ ਇੱਕ ਪਾਸੇ ਡਰ ਕੇ ਜਿਤਾ ਕੇ ਜੀ ਆਪਾਂ ਉਦੋਂ ਬਿਲਕੁਲ। ਮੇਰੀ ਸੋਚ ਆ ਵੀ ਇਹੋ ਜਿਹੜੇ ਲੋਕ ਜਿਹੜੇ ਸਾਡੇ ਆ ਨਾ ਇਹ ਤਸ਼ੱਦਦ ਤੋਂ ਡਰਦੇ ਆ। ਇਹਨਾਂ ਨੇ ਕਾਂਗਰਸ ਨੂੰ ਇਸ ਪਾਸੇ ਵੱਲ ਚੁਣਿਆ ਵੀ ਇਹ ਸਾਡੇ ਉੱਤੇ ਦੁਬਾਰਾ ਫੇਰ ਐਂਟੈਰਕੋ ਸੈਂਟਰਾਂ 'ਚ ਤੁਸੀਂ ਅਜੇ ਜੰਗ ਮੁੰਡੇ ਜੇ ਤੁਸੀਂ ਸੁਣਿਆ ਹੋਵੇਗਾ, ਕਿਤਾਬਾਂ ਛਪ ਗਈਆਂ। ਮਾਲ ਮੰਡੀ ਅਸੀਂ ਵੇਖੀ ਆ, ਬੀਕੋ ਸੈਂਟਰ ਬਟਾਲਿਆ ਤੁਸੀਂ ਵੇਖਿਆ ਨਾ, ਮਸ਼ੀਨ ਦੇ ਪੱਟੇ ਚੜ੍ਹ ਕੇ ਥੱਲੇ ਮੈਂ ਪਾਉਂਦੇ। ਉਦੋਂ ਤੇ ਸੌਖਾ ਸੀ ਪਰ ਹੁਣ ਕਹਿੰਦੇ ਹੁਣ ਥੋੜਾ ਡਰ ਵੀ ਆ ਲੋਕਾਂ ਦਾ ਸਰਕਾਰ ਉਹ ਲੋਕ ਇਹਨੇ ਡਰ ਗਏ ਨੇ ਵੀ ਉਹ ਚੀਜ਼ਾਂ ਜਦੋਂ ਸੁਣ ਕੇ ਕਿਤਾਬਾਂ ਛਪ ਗਈਆਂ ਉਹ ਚੀਜ਼ਾਂ ਉਸ ਪਾਸੇ ਨਾ ਤੇ ਉਹਨਾਂ ਦੇ ਮਾਪੇ ਜਿਹੜਾ ਕਿਤੇ ਪੁੱਤਰਾ ਇਹ ਕੰਮ ਨਾ ਕਰੀ। ਉਹ ਸਮਾਂ ਸੀ ਜਦੋਂ ਕਿਤੇ ਪੁੱਤਰਾ ਸਿੱਖੀ ਵਾਸਤੇ ਕਹਿੰਦੇ ਮੇਰੀ ਇਹ ਇੱਕ ਮਾਂ ਨੇ ਕਿਹਾ ਸੀ ਨਾ ਕਿਹੜੇ ਉਸ ਟਾਈਮ ਦੇ ਉੱਤੇ ਜਦੋਂ ਉਹਨੂੰ ਜੱਕਰੀ ਫੜਿਆ ਸੀ, ਕਹਿੰਦਾ ਵੀ ਮੈਂ ਸਿੱਖ ਨਹੀਂ ਆ, ਉਹ ਕਹਿੰਦਾ ਮੇਰੀ ਮਾਂ ਝੂਠ ਬੋਲਦੀ ਆ। ਸਾਡੇ 'ਚ ਉਹ ਜਿਹੜੀ ਜਜ਼ਬਾ ਸੀ ਉਹ ਖਤਮ ਹੋ ਗਿਆ। ਅਸੀਂ ਆਪਣੇ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਮੇਰੇ ਬੱਚੇ ਬਚ ਜਾਣ ਤੇ ਇਸ ਕਰਕੇ ਸਾਡੀ ਤਰਾਸਦੀ ਰਹੀ ਹੈ ਕਿ ਅਸੀਂ ਜਿਹੜਾ ਆਪਣਾ ਸੰਘਰਸ਼ ਦੇ ਵਿੱਚ ਕਾਮਯਾਬ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਵੀ ਸਾਡੀ ਪਰਖ ਦੀ ਘੜੀ ਆ ਗਈ ਆ। ਪਰ ਆਹ ਜਿਹੜਾ ਸੰਘਰਸ਼ ਜੋ ਹੁਣ ਤੁਰਿਆ ਆ, ਜੋ ਮੋਦੀ ਨੂੰ ਮੈਂ ਕਹਿਣ ਡਿਆ ਵੀ ਤੂੰ ਬਹੁਤ ਵਧੀਆ ਕੀਤਾ ਆ, ਇਹ ਜਿਸ ਸਥਾਨ ਤੇ ਅਸੀਂ ਖੜਿਆ, ਮੈਂ ਤੁਹਾਨੂੰ ਮੈਨੂੰ ਪਤਾ ਹੈ ਕਿ ਜਿਸ ਬਾਪ ਦੀ ਅਸੀਂ ਝੋਲੀ ਪਏ ਆ ਇਹਦੇ ਵਿੱਚੋਂ ਸਾਨੂੰ ਮਿਲੂਗਾ। ਇਹਨਾਂ ਜਿਹੜੇ ਬੱਚੇ ਜਿਨ੍ਹਾਂ ਨੇ 8 ਮਹੀਨੇ ਦਾ ਸੀ ਜਦੋਂ ਇਹਦਾ ਫਾਦਰ ਜੀ ਸ਼ਹੀਦ ਹੋ ਗਏ ਸੀ, ਇਹਨਾਂ ਨੂੰ ਕੁਝ ਮਿਲੂਗਾ। ਇਹਨਾਂ ਦੇ ਖੂਨ ਜਾਏ ਨਹੀਂ ਜਾਣੇ, ਇਹ ਲੈਣਗੇ ਕੁਛ। ਇਹ ਪ੍ਰਾਪਤੀ ਮੋਦੀ ਕਰਕੇ ਦੇਗਾ, ਹੋਊਗੀ। ਤੁਹਾਡੇ ਪਿਤਾ ਜੀ ਦੀ ਸ਼ਹੀਦੀ ਹੋ ਜਾਂਦੀ, ਤੁਸੀਂ ਪਿੱਛੇ ਹਟ ਸਕਦੇ ਸੀ ਪਰ ਤੁਸੀਂ ਪ੍ਰਕਾਸ਼ ਦਾੜਾ ਤਿਆਰ ਸਿੰਘ ਹੋ ਜੀ। ਹਾਂਜੀ, ਉਹਨਾਂ ਨੇ ਕੌਮ ਵਾਸਤੇ ਸ਼ਹੀਦੀ ਦਿੱਤੀ, ਸਾਨੂੰ ਮਾਣ ਆ ਉਹਨਾਂ ਤੇ ਸ਼ਹੀਦੀ ਤੇ। ਸਰਦਾਰ ਮੱਖਣ ਸਿੰਘ ਜੀ ਪਿਤਾ ਸਾਡੀ ਜੀ ਦਾ ਨਾਮ ਆ। ਤੇ 19 ਮੋਰਚਿਆਂ ਦੌਰਾਨ ਹੀ ਮੇਰਾ ਜਨਮ 29 ਦਸੰਬਰ 1987 ਦਾ ਆ ਤੇ 1988 ਅਗਸਤ ਵਿੱਚ ਉਹ ਸ਼ਹੀਦ ਹੋ ਗਿਆ ਸੀ ਮੇਰੇ ਜਨਮ ਤੋਂ ਥੋੜ੍ਹੇ ਸਮੇਂ ਬਾਅਦ ਹੀ। ਸੋ ਮੈਂ ਚਲੋ ਬੱਚਾ ਸੀਗਾ, ਨਹੀਂ ਦੇਖ ਸਕਿਆ ਉਹਨਾਂ ਨੂੰ। ਤੇ ਅੱਜ ਤੱਕ ਹੈਗੇ ਆ, ਸਾਨੂੰ ਆਪਣੀ ਕੌਮ 'ਤੇ ਮਾਣ ਆ। ਜੋ ਸਾਡੀ ਕੌਮ ਦਾ ਜਿਹੜਾ ਨਵਿਕਲਾ ਇਤਿਹਾਸ ਉਹ ਹੈ ਸ਼ਹੀਦੀਆਂ ਦਾ ਜੀ। ਸ਼ਹੀਦੀਆਂ ਤੋਂ ਸ਼ੁਰੂ ਹੁੰਦਾ ਆ, ਫਿਰ ਹੀ ਇਹ ਇਤਿਹਾਸ ਸਿਰਜੇ ਜਾਂਦੇ ਜੀ। ਅਸੀਂ ਸ਼ਹੀਦੀਆਂ ਵਾਲੇ ਸਿਸਟਮ ਤੋਂ, ਗੁਰਬਾਣੀ ਤੋਂ, ਹਰੇਕ ਚੀਜ਼ਾਂ ਤੋਂ ਪਰੇ ਹੋ ਗਏ ਆ। ਸਾਡੀ ਜਿਹੜੀ ਨੌਜਵਾਨੀ ਆ ਉਹ ਵੀ ਪਤਿਤ ਪੁਣੇ ਵੱਲ ਜ਼ਿਆਦਾ ਵਧੀ ਆ।
ਹੁਣ ਜਿਹੜਾ ਅਸੀਂ ਅਕਾਲ ਯੂਥ ਨਾਂ ਦੀ ਜਥੇਬੰਦੀ ਬਣਾਈ ਆ ਜੀ, ਉਹਦੇ ਵਿੱਚ ਇਹੀ ਆ ਵੀ ਨੌਜਵਾਨਾਂ ਨੂੰ ਪਤਤ ਪਾਉਣੇ ਤੋਂ ਕੱਢੀਏ, ਧਾਰਮਿਕ ਕੈਂਪ ਲਾਈਏ। ਹੁਣ ਆਨੰਦਪੁਰ ਸਾਹਿਬ ਅਸੀਂ ਆਏ ਆ ਸਾਰੇ ਜਣੇ ਅੱਜ ਜਗ੍ਹਾ ਦਾ ਚੋਣ ਕਰਨ ਵਾਸਤੇ, ਤੇ ਹੋਲੇ ਮਹੱਲੇ ਤੇ ਅਸੀਂ ਕੈਂਪ ਲਾਵਾਂਗੇ ਅਕਾਲ ਯੂਥ ਵੱਲੋਂ, ਤੇ ਨੌਜਵਾਨਾਂ ਨੂੰ ਜਾਗਰੂਕ ਕਰਾਂਗੇ ਨਾਲੇ, ਤੇ ਹੋਰ ਵੀ ਜੋ ਵੀ ਪ੍ਰਚਾਰ ਹੋਊਗਾ ਪੈਫਲੇਟ ਬਣਾਂਗੇ ਉਹਨਾਂ ਨੂੰ ਦੱਸਾਂਗੇ। ਤੇ ਗੌਰਮੈਂਟ ਨੇ ਜਿਹੜਾ ਕਿਸਾਨੀ ਸੰਘਰਸ਼ ਜਿਹੜਾ ਚੱਲ ਰਿਹਾ ਆ ਉਹਦੇ ਬਾਬਤ ਜਾਗਰੂਕ ਕਰਾਂਗੇ, ਆਪਣੇ ਹੱਕਾਂ ਦੀ ਪਹਿਚਾਣ ਕਰਾਵਾਂਗੇ ਜੀ ਨੌਜਵਾਨਾਂ ਨੂੰ। ਫਿਰ ਹਾਂਜੀ ਰਾਜ ਇੱਕ ਗੱਲ ਸੀਗੀ ਆਪਣੀ ਅਨਕੰਪਲੀਟ ਰਹਿ ਗਈ, ਪੂਰੀ ਨਹੀਂ ਹੋ ਸਕੀ, ਕਿ ਕਾਂਗਰਸ ਨੂੰ ਫੇਰ ਜਿਤਾਤਿਆ 1991 ਦੇ ਵਿੱਚ। ਮੈਂ ਕਹਿੰਦਾ ਇਹ ਵੀ ਇੱਕ ਮੁਲਕ ਦਾ ਇਤਿਹਾਸ ਲਿਖਿਆ ਜਾਊਗਾ, ਲਿਖਿਆ ਗਿਆ ਕਾਲੇ ਧੱਬਿਆਂ ਦੇ ਵਿੱਚ, ਕਿ ਜਦੋਂ ਸਾਰੀ ਸਟੇਟ ਵੋਟਾਂ ਦੇ ਹੱਕ 'ਚ ਹੀ ਨਹੀਂ ਹੈ, ਜਿਹਨੇ ਕਿਸੇ ਨੂੰ ਵੋਟ ਪਾਈ ਨਹੀਂ ਹੈ, ਉਸ ਸਮੇਂ 8% ਦੱਸਿਆ ਕਿ ਬੇਅੰਤ ਸਿੰਘ ਨੂੰ ਜਿਤਾਇਆ, ਸਿਰਫ 8%। ਇਹ ਵੀ ਇੱਕ ਅਖੌਤੀ ਡੈਮੋਕ੍ਰੇਸੀ ਦਾ ਜਨਾਜ਼ਾ ਨਿਕਲਿਆ ਉਸ ਸਮੇਂ, ਜਦੋਂ ਕਿ ਅਸਲ ਦੇ ਵਿੱਚ 8% ਵੋਟਾਂ ਵੀ ਨਹੀਂ ਪਈਆਂ। ਜਿਹੜੇ ਸਰਕਾਰੀ ਮੁਲਾਜ਼ਮ ਸੀਗੇ ਉਸ ਸਮੇਂ ਡਿਊਟੀਆਂ ਦੇ, ਪੁਲਿਸ ਵਾਲੇ ਜਾਂ ਹੋਰ ਅਦਾਰਿਆਂ ਦੇ ਵਿੱਚ, ਉਹਨਾਂ ਨੂੰ ਲਿਆ ਕੇ ਵੋਟਾਂ ਪਾਈ ਗਈਆਂ ਨੇ। ਅੱਜ ਤੱਕ ਤੁਸੀਂ ਕਿਤਾਬਾਂ ਚੱਕ ਕੇ ਪੜ੍ਹ ਲਓ ਕਿ ਕੀ ਹੋਇਆ ਉਸ ਸਮੇਂ। ਸੋ ਉਸ ਸਮੇਂ ਬਿਲਕੁਲ ਵੀ ਕਾਂਗਰਸ ਨੂੰ ਲੋਕਾਂ ਨੇ ਅਸੈਪਟ ਨਹੀਂ ਕੀਤਾ, ਨਾ ਜਿਤਾਇਆ। ਇਹ ਤੇ ਧੱਕੇ ਦੇ ਨਾਲ, ਧੱਕਾ ਕਰਕੇ ਪੰਜਾਬ ਦੇ ਨਾਲ ਇੱਥੇ ਬੇਅੰਤ ਸਿੰਘ ਨੂੰ ਬਿਠਾ ਦਿਆ, ਡਰਾ ਕੇ ਬੇਅੰਤ ਸਿੰਘ ਨੂੰ ਬਿਠਾਇਆ ਗਿਆ। ਸੋ ਅੱਜ ਲੋੜ ਹੈ ਕਿ ਸਾਨੂੰ ਸਰਬੱਤ ਦੇ ਭਲੇ ਦੀ ਸੋਚ ਲੈ ਕੇ ਜਿਹੜੇ ਤਿੰਨੇ ਕਾਲੇ ਕਾਨੂੰਨ ਨੇ ਉਹਨਾਂ ਨੂੰ ਰੱਦ ਕਰਾਈਏ। ਪੰਜਾਬ ਸਰਕਾਰ ਤੇ ਵੀ ਦਬਾਅ ਬਣਾਇਆ ਜਾਵੇ ਕਿ ਜਿਹੜੀਆਂ ਇਹਨੇ ਸੋਧਾਂ ਕੀਤਾ ਨੇ, ਕਿਸਾਨੀ ਜਿਹੜੇ ਬਿੱਲ ਨੇ ਉਹਨਾਂ ਦੇ ਵਿੱਚ, ਜਿਹੜੇ ਪੰਜਾਬ ਦੇ ਨੇ, ਸਟੇਟ ਦੇ ਨੇ, ਜਾਂ ਪੰਚਾਇਤੀ ਐਕਟ ਹੈ, ਉਹਨਾਂ ਨੂੰ ਵੀ ਰੱਦ ਕਰਾਉਣ ਬਾਰੇ ਜਿਹੜੀ ਕਿਸਾਨ ਜਥੇਬੰਦੀਆਂ ਨੇ ਜਾਂ ਸਿੱਖ ਜਥੇਬੰਦੀਆਂ ਨੇ, ਉਹ ਕੈਪਟਨ ਸਰਕਾਰ ਕੋਲੇ ਵੀ ਮੰਗ ਰੱਖਣ। ਤੇ ਤੁਸੀਂ ਯੂਨਾਈਟਿਡ ਸਿੱਖ ਪਾਰਟੀ ਬਣਾਈ ਸੀ, ਉਹ ਭੰਗ ਕਿਉਂ ਕਰਦੇ ਜੀ? ਅਕਾਲ ਯੂਥ ਦੇ ਵਿੱਚ ਕਿਵੇਂ ਹੋ? ਦੇਖੋ ਜੀ, ਇਹ ਮਤਲਬ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੇ ਕਹਿਣ ਦੇ ਉੱਤੇ ਉਹਨਾਂ ਦਾ ਸਾਨੂੰ ਸੁਨੇਹਾ ਆਇਆ ਸੀਗਾ, ਉਹਨਾਂ ਦੇ ਬਾਪੂ ਜੀ, ਬਾਪੂ ਗੁਰਚਰਨ ਸਿੰਘ ਜੀ ਰਾਹੀਂ, ਕਿ ਜਿਹੜੀ ਯੂਨਾਈਟਿਡ ਸਿੱਖ ਪਾਰਟੀ ਹੈ, ਠੀਕ ਹੈ ਤੁਸੀਂ ਵਧੀਆ ਕੰਮ ਕਰ ਰਹੇ ਹੋ, ਪਰ ਮੈਂ ਚਾਹੁੰਦਾ ਵਾਂ ਇੱਕ ਨੌਜਵਾਨਾਂ ਦੀ ਜਿਹੜੀ ਹੋਰ ਜਥੇਬੰਦੀਆਂ ਵੀ, ਉਹ ਸਾਰੀਆਂ ਨੂੰ ਇਕੱਠਿਆਂ ਕਰਦਾ, ਕਿ ਜੇ ਤੁਸੀਂ ਆਪਣੀ ਮਨਮਰਜ਼ੀ ਕਰਨੀ ਚਾਹੁੰਦੇ ਹੋ ਤੇ ਮਰਜ਼ੀ ਹੈ, ਤੇ ਪਰ ਮੇਰੀ ਜਿਹੜੀ ਉਹਨਾਂ ਦਾ ਮਤਲਬ ਹੁਕਮ ਸੀਗਾ ਸਾਨੂੰ ਕਿ ਤੁਸੀਂ ਇਕੱਠੇ ਹੋਵੋ। ਸੋ ਉਹਨਾਂ ਦਾ ਹੁਕਮ ਮੰਨਦੇ ਆ ਅਸੀਂ ਯੂਨਾਈਟਿਡ ਸਿੱਖ ਪਾਰਟੀ ਨੂੰ ਜਿਹੜਾ ਮੁਕੰਮਲ ਰੂਪ ਦੇ ਵਿੱਚ ਭੰਗ ਕੀਤਾ ਗਿਆ ਸਾਡੇ ਵੱਲੋਂ, ਤੇ ਉਹਨਾਂ ਦੀ ਰਹਿਨੁਮਾਈ ਹੇਠ ਅਕਾਲ ਯੂਥ ਜਿਹੜੀ ਜਥੇਬੰਦੀ ਹੈ ਉਹਦੇ ਵਿੱਚ ਅਸੀਂ ਸੇਵਾ ਨਿਭਾ ਰਹੇ ਹਾਂ। ਹੁਣ ਕੁਛ ਜਥੇਦਾਰ ਹਵਾਰਾ ਸਾਹਿਬ, ਜਿਹੜੇ ਨੌਜਵਾਨ ਲੀਡਰ ਸਾਡੇ ਹੋਰ ਹੈਗੇ ਨੇ, ਜਿਵੇਂ ਲੱਖਾ ਸਿਧਾਣਾ ਹੋ ਗਿਆ ਜੀ, ਜਾਂ ਦੀਪ ਸਿੱਧੂ ਹੋ ਗਿਆ, ਉਹਨਾਂ ਬਾਰੇ ਕੀ ਸੋਚਦੇ ਆ? ਤੇ ਜਿਹੜੇ ਇਹਨਾਂ ਨੂੰ ਲੋਕਾਂ ਨੂੰ ਗਦਾਰ ਦੱਸ ਰਹੇ ਨੇ, ਉਹਨਾਂ ਬਾਰੇ ਕੀ ਸੋਚਦੇ? ਕੋਈ ਆਇਆ ਮੈਸੇਜ? ਹਾਂਜੀ ਬਿਲਕੁਲ, ਪਿੱਛੇ ਜੀ ਉਹਨਾਂ ਦੇ ਵਕੀਲ ਸਾਹਿਬ ਨਾਲ ਹੋਈ ਸੀ ਗੱਲ, ਤੇ ਬਾਪੂ ਜੀ ਵੀ ਉਹਨਾਂ ਦੇ ਸੰਪਰਕ 'ਚ ਰਹਿੰਦੇ ਨੇ। ਉਹਨਾਂ ਦਾ ਇਹੀ ਕਹਿਣਾ ਕਿ ਜਿਹੜੇ ਬੰਦੇ ਪੰਜਾਬ ਦੇ ਪੰਥ ਦੀ ਗੱਲ ਕਰਨਗੇ, ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਾਂਗੇ, ਜਿੱਥੇ ਅਸੀਂ ਖੜੇ ਹਾਂ, ਉਹਨਾਂ ਨੂੰ ਜਿਹੜੇ ਅਖੌਤੀ ਜਿਹੜੀ ਜੋਕਾਂ ਨੇ ਉਹ ਪੰਥ ਦਾ ਗਦਾਰ ਕਹਿਣਗੀਆਂ ਹੀ ਕਹਿਣਗੀਆਂ। ਉਹ ਜਿਹੜੇ ਬੰਦੇ, ਤੁਸੀਂ ਇੱਕ ਗੱਲ ਦੇਖੋ ਨਾ, ਠੀਕ ਹੈ ਅਸੀਂ ਜਿਹੜੇ ਤਿੰਨੇ ਕਾਲੇ ਕਾਨੂੰਨ ਰੱਦ ਕਰਾਉਣੇ ਨੇ, ਕੀ ਜਦੋਂ ਕਾਲੇ ਕਾਨੂੰਨ ਨਹੀਂ ਸੀ ਲਾਗੂ, ਪੰਜਾਬ ਦੀ ਜਿਹੜੀ ਕਿਸਾਨੀ ਹੈ ਉਹ ਬਚ ਗਈ ਸੀਗੀ? ਗੱਲ ਸਾਨੂੰ ਉਹ ਤੋਂ ਅੱਗੇ ਵੀ ਨਾਲ ਕਰਨੀ ਪੈਣੀ ਹੈ ਕਿ ਸਾਨੂੰ ਹੱਕ ਹੋਵੇ ਕਿ ਅਸੀਂ ਕਿਹੜੀ ਫਸਲ ਬੀਜਣੀ ਹੈ ਤੇ ਕਿੱਥੇ ਵੇਚਣੀ ਹੈ, ਅਸੀਂ ਕੀ ਕਰਨਾ। ਜੇ ਤੁਸੀਂ ਇਹ ਕੁਝ ਸਾਰਾ ਸਾਡੇ ਕੋਲ ਨਹੀਂ ਹੈ ਤੇ ਕੀ ਕਰੋਗੇ? ਤੁਸੀਂ ਕੁਝ ਵੀ ਨਹੀਂ ਕਰ ਸਕਦੇ। ਸਾਡਾ ਜਿਹੜਾ ਪੰਜਾਬ ਹੈ ਇਹ ਗੇਟਵੇ ਆਫ ਯੂਰਪ ਹੈ। ਉਹ ਕਿਵੇਂ? ਕਿਉਂਕਿ ਇੱਕੋ ਇੱਕ ਰਸਤਾ ਭਾਰਤ ਦਾ ਜਿਹੜਾ ਸਿੱਧਾ ਪਾਕਿਸਤਾਨ, ਅਫਗਾਨਿਸਤਾਨ, ਤੁਰਕਮੇਨਿਸਤਾਨ ਤੋਂ ਹੋ ਕੇ ਸਿੱਧਾ ਯੂਰਪ 'ਚ ਖੁੱਲ੍ਹਦਾ। ਭਾਰਤ ਕੋਲੇ ਤਾਂ ਹੋਰ ਰਾਹ ਹੀ ਨਹੀਂ ਹੈਗਾ। ਅਸੀਂ ਚਾਹੀਏ, ਸਾਡਾ ਪੰਜਾਬ ਚਾਹਵੇ ਤੇ ਮਤਲਬ ਇੰਨਾ ਵਿਕਾਸ ਕਰ ਲਵੇ ਕਿ ਸਾਰੀ ਸਟੇਟਾਂ ਉਹ ਤੋਂ ਪਿੱਛੇ ਰਹਿ ਸਕਦੀਆਂ ਨੇ, ਪਰ ਸਰਕਾਰ ਹੈ ਜਿਹੜੀ ਭਾਰਤ ਸਰਕਾਰ ਵਪਾਰ ਕਰ ਰਹੀ ਹੈ ਉਹ ਗੁਜਰਾਤ ਦੇ ਰਾਹੀਂ। ਵਪਾਰ ਪਾਕਿਸਤਾਨ ਨਾਲ ਹੋ ਰਿਹਾ ਅਰਬਾਂ ਰੁਪਏ ਦਾ, ਅੱਜ ਵੀ ਤੁਸੀਂ RTI ਲਾਓ ਤੇ ਤੁਹਾਨੂੰ ਰਿਪੋਰਟਾਂ ਮਿਲ ਜਾਣਗੀਆਂ, ਪਰ ਉਹ ਹੋ ਰਿਹਾ ਬੰਬੇ ਦੇ ਰਾਹੀਂ। ਇਹਨਾਂ ਬੰਦਿਆਂ ਨੇ ਅਫਗਾਨਿਸਤਾਨ ਤੇ ਤੁਰਕਮੇਨਿਸਤਾਨ ਦੇ ਇੱਕ ਟਾਪੂ ਖਰੀਦ ਕੇ ਉੱਥੇ ਅਰਬਾਂ ਕਰੋੜਾਂ ਰੁਪਈਆ ਲਾ ਕੇ ਉਹ ਥਾਂ ਤਾਂ ਲੈ ਲਈ ਹੈ ਤਾਂ ਕਿ ਅਸੀਂ ਸਮਾਨ ਇੱਧਰੋਂ ਭੇਜ ਕੇ ਉਹ ਥਾਂ ਤੇ ਇਕੱਠਾ ਕਰ ਸਕੀਏ, ਪਰ ਪੰਜਾਬ ਦਾ ਗੇਟ ਨਹੀਂ ਖੋਲ੍ਹਦੇ ਇਹ। ਕਿਉਂ? ਕਿਉਂਕਿ ਉਹ ਫਾਇਦਾ ਜਿਹੜਾ ਪੰਜਾਬ ਨੂੰ ਨਾ ਹੋਵੇ, ਪੰਜਾਬ ਦੀ ਆਰਥਿਕਤਾ ਨਾ ਮਤਲਬ ਚੰਗੀ ਹੋ ਜਾਵੇ, ਉਹਦੇ 'ਚ ਸੁਧਾਰ ਨਾ ਹੋ ਜਾਵੇ। ਇਸ ਲਈ ਭਾਰਤ ਸਰਕਾਰ ਕਿੰਨਾ ਮੁਲਕ ਦਾ ਜਿਹੜਾ ਪੈਸਾ ਉਹ ਬਰਬਾਦ ਕਰ ਰਹੀ ਹੈ। ਭਾਰਤ ਦਾ ਜਿਹੜਾ ਰਾਹ ਖੋਲ੍ਹੇ ਪਾਕਿਸਤਾਨ ਦੇ ਨਾਲ, ਤੇ ਮਤਲਬ ਅਰਬਾਂ ਕਰੋੜਾਂ ਰੁਪਏ ਦਾ ਮੁਲਕ ਦੇ ਲੋਕਾਂ ਨੂੰ ਫਾਇਦਾ ਹੋਊਗਾ ਤੇ ਪੰਜਾਬ ਦੀ ਜਿਹੜੀ ਆਰਥਿਕਤਾ ਉਹਦੇ ਵਿੱਚ ਵੀ ਸੁਧਾਰ ਆਊਗਾ। ਹੁਣ ਚਾਈਨਾ ਵਾਲੇ ਨੇ, ਉਹਨਾਂ ਨੇ ਇਹਨਾਂ ਦਾ ਕਿੰਨਾ ਕੁਝ ਵਿਗਾੜ ਦਿਆ। ਹੁਣ ਜਿਹੜਾ ਪੰਜਾਬ ਦੀ ਤੁਸੀਂ ਗੱਲ ਕੀਤੀ ਹੈ, ਪੰਜਾਬ ਬਾਰੇ ਇਹਨਾਂ ਦੇ ਬੂਹੇ ਬੰਦ ਕਰ ਦਿੱਤੇ ਜਾਂਦੇ ਆ, ਇਹ ਕੀ ਹੈ? ਇਸ ਕਰਕੇ ਵੀ ਇੱਥੇ ਦੀਆਂ ਤਾਂ ਚਲੋ 13 ਹੀ ਸੀਟਾਂ, ਸਾਨੂੰ ਕਿਹੜਾ ਕੋਈ ਰਾਜਨੀਤਿਕ ਜਾਂ ਕੋਈ ਮਕਸਦ ਪਿੱਛੇ ਹੋਰ ਹੈ ਕਾਰਨ? ਦੇਖੋ ਜੀ, ਜਿਹੜੀ ਤੁਸੀਂ ਗੱਲ ਕਰ ਰਹੇ ਹੋ
ਰਾਜਨੀਤਿਕ ਕਾਰਨ ਇਹੀ ਨੇ ਕਿ ਪੰਜਾਬ ਨੂੰ ਅਸੀਂ ਘਸਿਆਰਾ ਬਣਾਉਣਾ, ਕੰਗਾਲ ਬਣਾਉਣਾ, ਬਰਬਾਦ ਬਣਾਉਣਾ। ਕਿਉਂ? ਕਿਉਂਕਿ ਅੰਗਰੇਜ਼ਾਂ ਮੁਗਲਾਂ ਤੋਂ ਸਮੇਂ ਮੈਂ ਗੱਲ ਸ਼ੁਰੂ ਕਰਾਂਗਾ ਕਿ ਜਦੋਂ ਹੱਕਾਂ ਦੀ ਗੱਲ ਹੋਈ ਹੈ ਤੇ ਇਹ ਪੰਜਾਬ ਕਰ ਰਿਹਾ, ਇਹ ਪੰਜਾਬੀ ਕਰ ਰਹੇ ਨੇ, ਇਹ ਸਿੱਖ ਕਰ ਰਹੇ ਨੇ। ਅੰਗਰੇਜ਼ਾਂ ਦਾ ਸਮਾਂ ਆਇਆ, ਉਦੋਂ ਤੁਹਾਡੀ ਵੀ ਉਮਰ ਘੱਟ ਹੈ, ਮੇਰੀ ਵੀ ਹੈ ਨਾ, ਇੰਨੀ ਹੈ ਨਹੀਂ। ਉਦੋਂ ਅਸੀਂ ਕਿਤਾਬਾਂ 'ਚ ਪੜ੍ਹਿਆ ਕਿ ਜਦੋਂ ਵੀ ਕਾਲੇ ਕਾਨੂੰਨ ਸਾਡੇ ਕੋਈ ਬਣਾਏ ਜਾਂਦੇ ਸੀ, ਥੋਪੇ ਜਾਂਦੇ ਸੀ, ਉਹਨਾਂ ਨੂੰ ਸਿੱਖ ਜਾ ਕੇ ਤੋੜਦੇ ਸੀ। ਅੱਜ ਮੈਂ ਦੇਖ ਲਿਆ ਕਿ ਵਾਕਈ ਯਾਰ ਸਿੱਖ ਜਾ ਕੇ ਤੋੜ ਰਹੇ ਨੇ ਕੋਈ ਵੀ ਕਾਨੂੰਨ ਬਣਦਾ ਜਦੋਂ। ਸੋ ਇਹ 1947 ਤੋਂ ਲੈ ਕੇ ਜਿੰਨੇ ਵੀ ਕਾਨੂੰਨ ਪਾਸ ਕੀਤੇ ਨੇ, ਭਾਵੇਂ ਪੰਜਾਬੀ ਸੂਬੇ ਦਾ ਮੋਰਚਾ ਹੋਵੇ ਜਾਂ ਮੁਲਕ ਦੇ ਵਿੱਚ ਐਮਰਜੈਂਸੀ ਦੀ ਗੱਲ ਹੋਵੇ ਜਾਂ ਕੋਈ ਹੋਰ ਗੱਲ ਹੋਵੇ, ਉਹ ਸਾਰੇ ਮੋਰਚਿਆਂ ਨੂੰ ਸਿੱਖਾਂ ਨੇ ਲੀਡ ਕੀਤੀ ਹੈ। ਸਿੱਖਾਂ ਨੇ ਉਹਨੂੰ ਬੁਰੇ ਤਰੀਕੇ ਦੇ ਨਾਲ ਤੋੜਿਆ ਕਿ ਅਸੀਂ ਨਹੀਂ ਮੰਨਦੇ ਤੇ ਮੁਲਕ ਦੇ ਲੋਕਾਂ ਨੂੰ ਜਗਾਇਆ। ਸੋ ਕੇਂਦਰ ਸਰਕਾਰ ਦਾ ਇਹ ਏਜੰਡਾ ਕਿ ਇਹ ਲੋਕਾਂ ਨੂੰ ਪਿੱਛੇ ਇੱਕ ਸਾਈਡ 'ਚ ਲਾ ਕੇ ਰੱਖੋ ਕਿ ਇਹ ਤੰਗ ਕਰਨਗੇ, ਇਹ ਮੁਲਕ ਦੀ ਗੱਲ ਕਰਨਗੇ, ਲੋਕਾਂ ਦੇ ਭਲੇ ਦੀ ਗੱਲ ਕਰਨਗੇ, ਜਿਹੜੀ ਸਰਕਾਰ ਨੇ ਨਹੀਂ ਕਰਨੀ। ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਇਹਨਾਂ ਪੱਲੇ 13 ਸੀਟਾਂ ਨੇ, ਇਹ ਵੀ ਬਹੁਤ ਮਾਇਨੇ ਰੱਖਦੀ ਹੈ। ਅਗਲੇ ਕਹਿੰਦੇ ਅਸੀਂ ਜਿਹੜੇ ਦੂਜੇ ਹੈਗੇ ਯੂਪੀ, ਬਿਹਾਰ, ਹੋਰ ਸਟੇਟਾਂ ਵਾਲੇ ਉਹਨੂੰ ਬਣਾ ਕੇ ਜਿਤਾ ਲਾਂਗੇ, ਇਹ ਕੀ ਕਰ ਲੈਣਗੇ ਸਾਡਾ? ਇਹ ਜਿਹੜੀ ਅਖੌਤੀ ਡੈਮੋਕ੍ਰੇਸੀ ਹੈ ਇਸ ਮੁਲਕ ਦੀ, ਉਹ ਸਾਡਾ ਬਹੁਤ ਵੱਡਾ ਨੁਕਸਾਨ ਕਰ ਰਹੀ ਹੈ। ਬਿਲਕੁਲ ਜੀ। ਸੋ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ ਤੇ ਗੱਲ ਜੇਕਰ ਆਪਾਂ ਫਿਰ ਉਹੀ ਤੋਰੀਏ ਬਈ ਜੇ ਗੱਲ ਜਿੱਥੋਂ ਸ਼ੁਰੂ ਕੀਤੀ ਸੀ ਹੋਲੇ ਮਹੱਲੇ ਤੋਂ, ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੋਂ ਸ੍ਰੀ ਕੇਸਗੜ੍ਹ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਤੋਂ ਗੱਲ ਕਿਸਾਨੀ ਦੀ ਹੋਣ ਵਾਲੀ ਹੈ। ਹੋਲੇ ਮਹੱਲੇ ਦੇ ਰੰਗ ਦੇ ਵਿੱਚ ਕਿਸਾਨੀ ਰੰਗ ਦਿਖਣ ਵਾਲਾ ਹੈ ਤੇ ਉਸ ਰੰਗ ਦੇ ਵਿੱਚ ਫਿਰ ਬੀਜੇਪੀ ਦੇ ਵਿਰੋਧ ਦੀ ਗੱਲ ਜਿਹੜੀ ਕੀਤੀ ਜਾਵੇਗੀ, ਲੋਕਾਂ ਨੂੰ ਅਵੇਅਰ ਕੀਤਾ ਜਾਵੇਗਾ, ਨੁਕਸਾਨ ਦੱਸੇ ਜਾਣਗੇ, ਕੀ ਕਰ ਚੁੱਕੇ ਨੇ, ਕੀ ਅੱਗੇ ਭਵਿੱਖ ਦੇ ਵਿੱਚ ਹੋ ਸਕਦੇ ਨੇ। ਉਸ ਦੇ ਲਈ ਅੱਜ ਅਕਾਲ ਯੂਥ ਦੇ ਮੈਂਬਰ ਜਿਹੜੇ ਹੈਗੇ ਨੇ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਆਉਂਦੇ ਨੇ। ਜਗ੍ਹਾ ਜਿਹੜੀ ਹੈਗੀ ਇਹਨਾਂ ਦੇ ਵੱਲੋਂ ਚੋਣ ਕਰ ਲਈ ਜਾਂਦੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਹੋਲਾ ਮੁਹੱਲਾ ਹੋਏਗਾ ਤਾਂ ਉਦੋਂ ਵੀ ਅਸੀਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਕਿ ਹੋਲੇ ਮੁਹੱਲੇ ਦੇ ਵਿੱਚ ਜਿੱਥੇ ਖਾਲਸਾਈ ਜਾਹੋ ਜਲਾਲ ਦੇ ਨਾਲ ਜਿਹੜੀਆਂ ਨਿਹੰਗ ਸਿੰਘ ਫੌਜਾਂ ਕਰਤੱਵ ਦਿਖਾਉਣਗੀਆਂ, ਉੱਥੇ ਨਾਲ ਕਿਸਾਨੀ ਦੀ ਗੱਲ ਕਿਵੇਂ ਹੁੰਦੀ ਹੈ, ਉਹ ਤੁਹਾਡੇ ਤੱਕ ਅਸੀਂ ਤਸਵੀਰਾਂ ਜ਼ਰੂਰ ਪਹੁੰਚਾਵਾਂਗੇ। ਸਤਨਾਮ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ, ਸ੍ਰੀ ਅਨੰਦਪੁਰ ਸਾਹਿਬ, ਕੇਸਗੜ੍ਹ ਸਾਹਿਬ।